गुड मॉर्निंग पार्टिसिपेंट्स। थोड़ी देर वेट करो, बाकी पार्टिसिपेंट्स थोड़ा ज्वाइन कर जान, फिर असी सैशन स्टार्ट करते हैं। सो गुड मॉर्निंग स्टूडेंट्स, सारिਆਂ ਨੂੰ सत श्री अकाल। मैं राकेश के डल्ला फ्रॉम गवर्नमेंट ITI मोहाली अंडर डिपार्टमेंट ऑफ टैक्नीकल एजुकेशन एंड इंडस्ट्रीयल ट्रेनिंग पंजाब। सारिਆਂ ਦਾ मेरे इस सैशन ਦੇ ਵਿੱਚ बहुत स्वागत, सारिਆਂ ਦਾ वेलकम। सो ਅੱਜ ਦਾ ਜਿਹੜਾ ਸਾਡਾ टॉपिक हैगा वो है फैक्ट्री एक्ट 1948। सब तो पहला अगे चलन तो पहले असी ITI मोहाली का थोड़ा जिहा टूर कर लीए। सो जी तुसी इमेज इस वेले स्क्रीन ते देख रहे हो, गवर्नमेंट ITI मोहाली का एडमिन ब्लॉक हैगा। नैक्सट जिहड़ा हुण ब्लिंक होया वो साडियां ITI मोहाली दीयां लैब्स हैगियां और वर्कशॉप्स हैगियां ने। जी असी गल करते हैं इत्थे ट्रेड्स दीयां, अलग अलग ट्रेड्स चलदियां ने, जिवें स्विंग टैक्नोलॉजी हो गया, कोपा हो गया, सरफेस ऑर्नामेंटेशन टेक्निक्स हो गया, सैक्रेटेरियल प्रैक्टिस हो गया, ड्राफ्ट्समैन सिविल हो गया, पंजाबी स्टेनोग्राफी हो गया, ड्राफ्ट्समैन मैकेनिकल हो गया, इलेक्ट्रॉनिक्स हो गया। नेक्स्ट ICTSM हो गया, बेसिक कॉस्मेटोलॉजी हो गया, इलेक्ट्रॉनिक्स मैकेनिक हो गया, कंप्यूटर हार्डवेयर एंड नेटवर्क मेंटेनेंस हो गया। इस तो अलावा जिहड़ा साइड ते हुण एक
ਕੋਰਸਿਸ ਬਲਿੰਕ ਹੋਏ ਨੇ, ਇਹ ਸਾਡੇ ਹਾਈਟੈਕ ਟ੍ਰੇਨਿੰਗ ਸਕੀਮਸ ਚੱਲਦੀਆਂ ਨੇ। ਜਿਹੜੇ ਮੇਰੇ ਸਟੂਡੈਂਟਸ ਬੈਠੇ ਹੋਏ ਆ ਜਿਹੜੇ ਮਕੈਨੀਕਲ ਟ੍ਰੇਡਸ ਤੋਂ ਬਿਲੋਂਗ ਕਰਦੇ ਆ, ਜਿਵੇਂ ਫਿਟਰ ਟ੍ਰੇਡ ਹੋ ਗਿਆ, ਮਸ਼ੀਨਿਸਟ ਹੋ ਗਿਆ, ਟਰਨਰ ਹੋ ਗਿਆ, ਉਸ ਤੋਂ ਬਾਅਦ ਜਿਹੜੇ ਇੰਸਟਰੂਮੈਂਟੇਸ਼ਨ ਦੇ ਸਟੂਡੈਂਟਸ ਬੈਠੇ ਹੋਏ ਉਹਨਾਂ ਦੇ ਲਈ ਸ਼ਾਰਟ ਟਰਮ ਕੋਰਸਿਸ ਨੇ। ਡਿਊਰਿੰਗ ITI ਵੀ ਤੁਸੀਂ ਕਰ ਸਕਦੇ ਹੋ, ITI ਨੂੰ ਪਾਸ ਕਰਨ ਤੋਂ ਬਾਅਦ ਵੀ ਕਰ ਸਕਦੇ ਹੋ। ਜਦੋਂ ਤੁਸੀਂ ਇੰਡਸਟਰੀ ਦੇ ਵਿੱਚ ਜੁਆਇਨ ਕਰ ਲੈਂਦੇ ਹੋ ਤੇ ਉਦੋਂ ਵੀ ਇਹ ਕੋਰਸਿਸ ਜਿਹੜੇ ਹੈਗੇ ਆ ਤੁਸੀਂ ਜੁਆਇਨ ਕਰ ਸਕਦੇ ਹੋ। ਸ਼ਾਰਟ ਟਰਮ ਕੋਰਸਿਸ ਨੇ 4-4 ਹਫ਼ਤੇ ਦੇ ਜਾਂ 2 ਹਫ਼ਤੇ ਦੇ ਕੋਰਸਿਸ ਹੈਗੇ ਆ। ਉਸ ਤੋਂ ਬਾਅਦ ਜਿਹੜੀ ਤੁਹਾਡੀ ਫੀਸ ਹੈਗੀ ਆ ਸੋ ਜਿਹੜੀ ਇਹਦੀ ਫੀਸ ਵੀ ਬੜੀ ਜੈਨੂਨ ਹੈਗੀ ਆ। ਇੱਕ ਸਕਿੰਟ ਬੇਟਾ, ਸੋ ਇਹ ਮੈਂ ਸੁਜੈਸਟ ਕਰਦਾ ਆਪਣੇ ਸਟੂਡੈਂਟਸ ਨੂੰ ਕਿ ਸਾਰੇ ਜਾਣੇ ਆਪਣਾ ਜਿਹੜਾ ਕੋਰਸਿਸ ਹੈ ਜਰੂਰ ਜੁਆਇਨ ਕਰਨ, ਕਿਉਂਕਿ ਬੜੇ ਬੈਨੀਫੀਸ਼ੀਅਲ ਆ ਔਰ ਇੰਡਸਟਰੀ ਦੇ ਵਿੱਚ ਵੀ ਇਹਦਾ ਬੈਨੀਫਿਟ ਬਹੁਤ ਜ਼ਿਆਦਾ ਹੈਗਾ। ਨੋ ਅਸੀਂ ਦੇਖੀਏ एक सेकेंड स्टूडेंट्स, ओके। सो इंप्लॉयबिलिटी स्किल जिवें तुहानूं सारिआं नूं पता है, इंप्लॉयबिलिटी स्किल्स आपां जिहड़ा सबजैक्ट करदे पए आ, ਉਹਦੇ ਵਿੱਚ 2 ਚੈਪਟਰ ਮੈਂ ਤੁਹਾਡੇ ਨਾਲ ਕੰਪਲੀਟਲੀ ਕਵਰ ਕਰ ਲਏ ਸੀਗੇ। ਵਨ ਸੀਗਾ ਐਫੀਸ਼ੀਐਂਸੀ ਐਟ ਵਰਕਪਲੇਸ, ਦੈਟ ਇਜ਼ ਪ੍ਰੋਡਕਟਿਵਿਟੀ। ਸੈਕੰਡ ਕੁਆਲਿਟੀ ਮੈਨੇਜਮੈਂਟ। ਜਿਹੜਾ ਅੱਜ ਤੋਂ ਅਸੀਂ ਚੈਪਟਰ ਸਟਾਰਟ ਕਰਨਾ ਉਹਦਾ ਨਾਮ ਹੈਗਾ ਲੇਬਰ ਵੈਲਫੇਅਰ ਲੈਜਿਸਲੇਸ਼ਨ। ਸੋ ਲੇਬਰ ਵੈਲਫੇਅਰ ਲੈਜਿਸਲੇਸ਼ਨ ਆਪਾਂ ਸਟਾਰਟ ਕਰਨ ਲੱਗੇ ਹਾਂ ਅੱਜ ਚੈਪਟਰ। ਇਹਦੇ ਵਿੱਚ ਸਭ ਤੋਂ ਪਹਿਲਾ ਲਾਅ ਅਸੀਂ ਫੈਕਟਰੀ ਐਕਟ 1948 ਅੱਜ ਸਟੱਡੀ ਕਰਨਾ, ਰਾਈਟ। ਸੋ ਪਹਿਲੇ ਅਸੀਂ ਦੇਖੀਏ ਕਿ ਜਿਹੜੇ ਇੰਡਸਟਰੀਅਲ ਐਕਟਸ ਨੇ ਜਾਂ ਲੇਬਰ ਲਾਅ ਨੇ ਉਹਨਾਂ ਦੀ ਜ਼ਰੂਰਤ ਕਿਉਂ ਪੈ ਗਈ। ਜਿੰਨੇ ਵੀ ਮੇਰੇ ਪਾਰਟਿਸਪੈਂਟਸ ਬੈਠੇ ਹੋਏ ਨੇ ਜਾਂ ਸਟੂਡੈਂਟਸ ਜਿਹੜੇ ਮੇਰੇ ਬੈਠੇ ਹੋਏ ਨੇ ਇਸ ਵੇਲੇ ਜੁੜੇ ਹੋਏ ਆ ਮੇਰੇ ਨਾਲ, ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਉਹਨਾਂ ਨੇ ਕੱਲ ਜਾ ਕੇ ਜਿਹੜੇ ਇੰਡਸਟਰੀ ਦੇ ਵਿੱਚ ਕੰਮ ਕਰਨਾ ਆ ਜਾਂ ਕੋਈ ਆਪਣੀਆਂ ਆਰਗੇਨਾਈਜੇਸ਼ਨਸ ਸਟਾਰਟ ਕਰਨੀਆਂ ਨੇ, ਤੁਸੀਂ ਆਪਣਾ ਬਿਜ਼ਨਸ ਸਟਾਰਟ ਕਰਨਾ ਆ, ਤੇ ਤੁਹਾਡੇ ਉੱਪਰ ਵੇਰੀਅਸ ਲਾਜ਼, ਵੇਰੀਅਸ ਐਕਟ ਜਿਹੜੇ ਆ ਉਹ ਅਪਲਾਈ ਹੋਣਗੇ। ਉਹਨਾਂ ਦੀ ਤੁਹਾਨੂੰ ਨੌਲੇਜ ਹੋਣੀ ਚਾਹੀਦੀ ਆ। ਜੇ ਤੁਸੀਂ ਇੰਡਸਟਰੀ ਦੇ ਵਿੱਚ ਕੰਮ ਕਰਦੇ ਹੋ ਤਾਂ ਕਿਹੜੇ-ਕਿਹੜੇ ਜਿਹੜੇ ਤੁਹਾਡੇ ਤੇ ਲਾਜ਼ ਅਪਲਾਈ ਹੋਣੇ ਨੇ, ਕਿਹੜੇ ਦਾਇਰਿਆਂ ਦੇ ਵਿੱਚ ਰਹਿਣਾ ਤੁਸੀਂ, ਔਰ ਕਿਹੜੇ-ਕਿਹੜੇ ਤੁਹਾਡੇ ਰਾਈਟਸ ਨੇ, ਹੱਕ ਕਿਹੜੇ-ਕਿਹੜੇ ਨੇ ਉੱਥੇ, ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਤਾਂ ਜੋ ਤੁਸੀਂ ਐਕਸਪਲੋਇਟ ਨਾ ਹੋਵੋ। ਹੁਣ ਜ਼ਰੂਰਤ ਕਿਉਂ ਪੈ ਗਈ ਲੇਬਰ ਲਾਜ਼ ਦੀ? ਜੇ ਅਸੀਂ ਥੋੜਾ ਜਿਹਾ ਪਿਛੋਕੜ ਦੇਖੀਏ, ਹਿਸਟਰੀ ਦੇਖੀਏ, ਤੇ ਜਿਹੜੇ ਇੰਡਸਟਰੀਜ਼ ਦੇ ਵਿੱਚ ਵਰਕਰ ਕੰਮ ਕਰਦੇ ਪਏ ਆ ਉਹਨਾਂ ਦੀਆਂ ਵਰਕਿੰਗ ਕੰਡੀਸ਼ਨਸ ਜਿਹੜੀਆਂ ਆ ਉਹ ਬੜੀਆਂ ਉਦਾਸਜਨਕ ਨੇ, ਬੜੀਆਂ ਪੈਥੈਟਿਕ ਨੇ, ਅੱਛੀਆਂ ਉਹਨਾਂ ਦੀਆਂ ਕੰਡੀਸ਼ਨਸ ਨਹੀਂ ਹੈਗੀਆਂ। ਅੱਛਾ ਇਨਵਾਇਰਨਮੈਂਟ ਉਹਨਾਂ ਨੂੰ ਨਹੀਂ ਮਿਲਦਾ ਪਿਆ। ਹੁਣ ਦੇਖੀਏ ਅੱਛਾ ਇਨਵਾਇਰਨਮੈਂਟ ਉਹਨਾਂ ਨੂੰ ਕਿਉਂ ਨਹੀਂ ਮਿਲਦਾ ਪਿਆ? ਕਿਉਂਕਿ ਜਿਹੜੇ ਇੰਡਸਟਰੀਲਿਸਟ ਹੈਗੇ ਆ ਜਾਂ ਜਿਹੜੇ ਫੈਕਟਰੀ ਓਨਰਸ ਹੈਗੇ ਨੇ ਉਹ ਸਾਰਾ ਪ੍ਰੋਫਿਟ ਜਿਹੜਾ ਆ ਉਹ ਆਪਣੀ ਜੇਬ 'ਚ ਪਾਣਾ ਚਾਹੁੰਦੇ ਆ। ਉਹ ਸਿਰਫ ਪ੍ਰੋਫਿਟ ਨੂੰ ਹੀ ਕੰਸਰਨ ਲੈ ਕੇ ਚੱਲਦੇ ਆ ਕਿ ਸਾਡੀ ਜੇਬ ਦੇ ਵਿੱਚ ਮੈਕਸਿਮਮ ਪੈਸਾ ਆਉਣਾ ਚਾਹੀਦਾ। ਇਸ ਕਰਕੇ ਵਰਕਰ ਐਕਸਪਲੋਇਟ ਹੋ ਰਿਹਾ। ਹੁਣ ਜੇ ਵਰਕਰ ਐਕਸਪਲੋਇਟ ਹੁੰਦਾ, ਕਿਹੜੇ-ਕਿਹੜੇ ਕਾਰਨ ਨੇ ਕਿ ਯੈਸ ਓਕੇ मैम प्लीज म्यूट कर लियो, मैम प्लीज म्यूट कर लियो। जी चलिए हुण किहड़े-किहड़े तरीके दे नाल जिहड़े फैक्टरी ओनर्स ने ਉਹ ਜਿਹੜੇ वर्कर्स ने उन्हां नूं एक्सप्लॉइट करदे पए आपां ਇਹ देखण ਲੱਗੇ आ। सो ਤੁਹਾਨੂੰ पता होना चाहिए ਤੁਹਾਡੇ राइट्स ਕਿਹੜੇ-ਕਿਹੜੇ ਆ, ਇਸ ਕਰਕੇ ਸਾਨੂੰ पता ਲੱਗੇ कि एक्सप्लॉइट ਕਿਹੜੇ तरीके ਦੇ ਨਾਲ वर्कर इंडस्ट्री ਦੇ ਵਿੱਚ ਹੋ ਰਹੇ ਨੇ। सो स्टार्ट करते हैं। एक सेकेंड बेटे मैं चैट ले लवां किसी दी। सो चलिए सो सब तो पहला तो जे एक्सप्लॉयटेशन का मेजर रीजन देखिए आपां, सॉरी सो जेड़े ओनर्स ने, इंडस्ट्रीलिस्ट ने, ਉਹ वर्कर्स ਦੇ ਵੈਲਫੇਅਰ ਬਾਰੇ परवाह नहीं करते पे। इस तरीके ਦੇ ਨਾਲ ਜਿਹੜੇ वर्कर एक्सप्लॉइट हो रहे हैं।
ਜਿਹੜਾ ਓਨਰ ਆ ਇੰਡਸਟਰੀ ਦਾ ਉਹ ਘੱਟੋ ਘੱਟ ਵਰਕਰ ਦੇ ਉੱਤੇ ਪੈਸੇ ਖਰਚ ਕਰਦਾ ਪਿਆ ਉਹਦੇ ਵੈਲਫੇਅਰ ਨੂੰ ਲੈ ਕੇ, ਉਹਦੀ ਹੈਲਥ ਨੂੰ ਲੈ ਕੇ, ਤਾਂ ਜੋ ਮੈਕਸਿਮਮ ਪੈਸਾ ਬਚ ਸਕੇ ਔਰ ਉਹਦੀ ਜੇਬ 'ਚ ਪੈ ਸਕੇ। ਇਸ ਤੋਂ ਇਲਾਵਾ ਜਿੰਨੇ ਵੀ ਖਰਚੇ ਨੇ ਅਲੱਗ-ਅਲੱਗ ਪ੍ਰੋਵੀਜ਼ਨਸ ਨੂੰ ਲੈ ਕੇ, ਜਿਵੇਂ ਹੈਲਥ ਹੋ ਗਈ, ਸੇਫਟੀ ਹੋ ਗਈ, ਉਹ ਉਹਦੇ ਤੇ ਕਟੌਤੀਆਂ ਬਹੁਤ ਜ਼ਿਆਦੀਆਂ ਕਰਦੇ ਪਏ ਨੇ। ਇਸ ਤੋਂ ਇਲਾਵਾ ਜੇ ਵਰਕਰ ਨੂੰ ਇੰਡਸਟਰੀ ਦੇ ਵਿੱਚ ਕੰਮ ਕਰਦੇ ਹੋਏ ਕੋਈ ਸੱਟ ਪੇਟ ਲੱਗ ਜਾਵੇ ਜਾਂ ਕੋਈ ਐਕਸੀਡੈਂਟ ਹੋ ਜਾਵੇ ਜਾਂ ਉਹਨੂੰ ਕੋਈ ਆਕੂਪੇਸ਼ਨਲ ਡਿਜ਼ੀਜ਼ ਹੋ ਜਾਵੇ, ਉਸ ਕੇਸਿਸ ਦੇ ਵਿੱਚ ਜਿਹੜੇ ਓਨਰ ਨੇ, ਜਿਹੜੇ ਮਾਲਕ ਨੇ, ਉਹ ਕੰਪਨਸੇਟ ਨਹੀਂ ਕਰਦੇ ਪਏ ਵਰਕਰਸ ਨੂੰ। ਹੁਣ ਜੇ ਵਰਕਰ ਨੂੰ ਕੰਪਨਸੇਟ ਨਹੀਂ ਕੀਤਾ ਜਾਏਗਾ ਤੇ ਉਹਦੇ ਗੁਜ਼ਾਰੇ ਨਹੀਂ ਹੁੰਦੇ, ਐਕਸਪਲੋਇਟ ਹੋਏਗਾ। ਇਸ ਤੋਂ ਇਲਾਵਾ ਉਹਦੀਆਂ ਜਿਹੜੀਆਂ ਸੈਲਰੀਜ਼ ਨੇ ਉਹਨਾਂ ਦੇ ਵਿੱਚੋਂ ਅਨਨੈਸੈਸਰਲੀ ਡਿਡਕਸ਼ਨਸ ਕੀਤੀਆਂ ਜਾਂਦੀਆਂ, ਕਟੌਤੀਆਂ ਕੀਤੀਆਂ ਜਾਂਦੀਆਂ, ਕੋਈ ਵੈਲਿਡ ਰੀਜ਼ਨ ਨਹੀਂ ਹੁੰਦੇ। ਕਈ ਵਾਰੀ ਤਾਂ ਪੂਰੀ ਦੀ ਪੂਰੀ ਸੈਲਰੀ ਦੇਣ ਦੇ ਲਈ ਹੀ ਡਿਨਾਈ ਕਰਦੇ ਨੇ, ਉਹਨਾਂ ਨੂੰ ਪੂਰੀ ਸੈਲਰੀ ਹੀ ਨਹੀਂ ਦਿੱਤੀ ਜਾਂਦੀ, ਰਾਈਟ। ਸੋ ਇਸ ਤਰੀਕਿਆਂ ਦੇ ਨਾਲ ਵਰਕਰਸ ਨੂੰ ਅਲੱਗ-ਅਲੱਗ ਤਰੀਕੇ ਦੇ ਨਾਲ ਐਕਸਪਲੋਇਟ ਕੀਤਾ ਜਾ ਰਿਹਾ ਇੰਡਸਟਰੀਜ਼ ਦੇ ਵਿੱਚ। ਸੋ ਉਹਨੂੰ ਵੈਲਫੇਅਰ, ਉਹਦੀ ਹੈਲਥ ਬਾਰੇ, ਉਹਦੀ ਜਿਹੜੇ ਸੇਫਟੀ ਬਾਰੇ ਓਨਰ ਨਹੀਂ ਸੋਚਦਾ ਪਿਆ, ਪੈਸਿਆਂ ਦੀਆਂ ਕਟੌਤੀਆਂ ਕਰ ਰਿਹਾ, ਜ਼ਿਆਦਾ ਤੋਂ ਜ਼ਿਆਦਾ ਪੈਸੇ ਆਪਣੇ ਜੇਬ 'ਚ ਪਾਉਂਦਾ ਪਿਆ। ਹੁਣ ਜਿਹੜੇ ਮੈਂ ਰੀਜ਼ਨਸ ਤੁਹਾਨੂੰ ਦੱਸੇ ਨੇ ਸਾਰਿਆਂ ਨੂੰ ਕਿ ਵਰਕਰ ਐਕਸਪਲੋਇਟ ਕਰਦਾ ਪਿਆ, ਵਰਕਰ ਇੰਡਸਟਰੀ ਦੇ ਵਿੱਚ ਐਕਸਪਲੋਇਟ ਨਾ ਹੋਵੇ ਔਰ ਉਹਦੇ ਇੰਟਰਸਟ ਔਰ ਉਹਦੇ ਜਿਹੜੇ ਰਾਈਟਸ ਹੈਗੇ ਆ ਉਹ ਸੇਫ ਗਾਰਡ ਹੋ ਸਕਣ। ਇਸ ਕਰਕੇ ਗਵਰਨਮੈਂਟ ਆਫ ਇੰਡੀਆ ਨੇ ਵੇਰੀਅਸ ਲਾਜ਼ ਬਣਾਏ ਨੇ ਜਿਨ੍ਹਾਂ ਨੂੰ ਲੇਬਰ ਲਾਜ਼ ਜਾਂ ਇੰਡਸਟਰੀਅਲ ਐਕਟਸ ਕਿਹਾ ਜਾਂਦਾ। ਸੋ ਇਹਨਾਂ ਐਕਟਸ ਦੀ ਇੰਪਲੀਮੈਂਟੇਸ਼ਨ ਦੇ ਲਈ, ਉਹਨਾਂ ਦੀ ਰੂਲਿੰਗ ਦੇ ਲਈ ਗਵਰਨਮੈਂਟ ਆਫ ਇੰਡੀਆ ਨੇ ਵੇਰੀਅਸ ਲੇਬਰ ਕੋਰਟਸ ਵੀ ਸੈਟ ਅਪ ਕੀਤੀਆਂ ਹੋਈਆਂ ਨੇ, ਰਾਈਟ। ਸੋ ਇੱਕ ਸਕਿੰਟ ਮੈਨੂੰ ਦਵਾਂਗੇ। ਚਲਿਏ ਇਹ ਪਤਾ ਲੱਗ ਗਿਆ ਕਿ ਲੇਬਰ ਲਾਅ ਕਿਹਨੂੰ ਕਹਿੰਦੇ ਨੇ, ਲੇਬਰ ਐਕਟ ਕਿਹਨੂੰ ਕਹਿੰਦੇ ਨੇ। ਵਰਕਰ ਇੰਡਸਟਰੀ ਦੇ ਵਿੱਚ ਐਕਸਪਲੋਇਟ ਨਾ ਹੋਵੇ, ਦੂਸਰਾ ਉਹਦੇ ਜਿਹੜੇ ਇੰਟਰਸਟ ਹੈਗੇ ਆ ਉਹ ਸੇਫਗਾਰਡ ਕੀਤੇ ਜਾ ਸਕਣ, ਉਹਦੇ ਰਾਈਟਸ ਜਿਹੜੇ ਆ ਸੇਫਗਾਰਡ ਕੀਤੇ ਜਾਣ, ਉਹਦੇ ਲਈ ਜਿਹੜੇ ਐਕਟ ਬਣੇ ਨੇ ਉਹਨਾਂ ਨੂੰ ਲੇਬਰ ਐਕਟ ਕਿਹਾ ਜਾਂਦਾ। ਪਾਰਟਿਸਪੈਂਟਸ ਬੜੇ ਧਿਆਨ ਨਾਲ ਤੁਸੀਂ ਦੇਖਣਾ ਸਾਰਿਆਂ ਨੇ। ਅਲੱਗ-ਅਲੱਗ ਲੇਬਰ ਐਕਟ ਜਾਂ ਇੰਡਸਟਰੀਅਲ ਲਾਜ਼ ਮੈਂ ਸਕਰੀਨ ਦੇ ਉੱਤੇ ਡਿਸਪਲੇ ਕੀਤੇ ਹੋਏ ਨੇ। ਕਿਹੜੇ-ਕਿਹੜੇ ਨੇ? ਫੈਕਟਰੀ ਐਕਟ 1948, Workmen Compensation Act 1923, Employees State Insurance Act 1948, Payment of Wage Act 1936, Minimum Wage Act 1948, Employees Provident Fund 1952, Apprenticeship Act 1961। ਹੁਣ ਇਹਦੇ ਵਿੱਚ ਸਭ ਤੋਂ ਇੰਪੋਰਟੈਂਟ ਕੀ ਹੈਗਾ ਆ, ਮੇਰੇ ਜਿਹੜੇ ਸਟੂਡੈਂਟਸ ਬੈਠੇ ਹੋਏ ਨੇ ਉਹਨਾਂ ਨੇ ਇਹ ਨੋਟ ਕਰਨੇ ਨੇ। ਈਅਰ ਜਿਹੜੇ ਮੈਂ ਅੱਗੇ ਲਿਖੇ ਹੋਏ ਪਾਸਿੰਗ ਈਅਰ ਹੁੰਦੇ ਆ ਇਹਨਾਂ ਦੇ। ਸੋ ਜਿਵੇਂ ਫੈਕਟਰੀ ਏਡ ਦੇ ਅੱਗੇ ਮੈਂ 1948 ਲਿਖਿਆ ਹੋਇਆ, ਵਰਕਮੈਨ ਕੰਪਨਸੇਸ਼ਨ ਐਕਟ ਦੇ ਅੱਗੇ ਮੈਂ 1923 ਲਿਖਿਆ ਹੋਇਆ, ਇੰਪਲੋਈ ਸਟੇਟ ਇੰਸ਼ੋਰੈਂਸ ਦੇ ਐਕਟ ਦੇ ਅੱਗੇ 1948 ਲਿਖਿਆ ਹੋਇਆ, ਪੇਮੈਂਟ ਵੇਜ ਐਕਟ ਦੇ ਅੱਗੇ 1936 ਲਿਖਿਆ ਹੋਇਆ, ਮਿਨੀਮਮ ਵੇਜ ਐਕਟ 1948 ਹੋ ਗਿਆ, ਫਿਰ ਇੰਪਲੋਈਜ਼ ਪ੍ਰੋਵੀਡੈਂਟ ਫੰਡ 1952 ਹੋ ਗਿਆ, ਅਪ੍ਰੈਂਟਿਸਸ਼ਿਪ ਐਕਟ 1961 ਹੋ ਗਿਆ। ਸਾਰਿਆਂ ਨੇ ਈਅਰ ਇਹ ਲਰਨ ਜ਼ਰੂਰ ਕਰਨੇ ਨੇ। ਇੱਕ ਇੱਕ ਕਰਕੇ ਐਕਟ ਅਸੀਂ ਸਾਰੇ ਪੜਾਂਗੇ, ਰਾਈਟ। ਅੱਜ ਦੀ ਡੇਟ ਦੇ ਵਿੱਚ ਜਿਹੜਾ ਅੱਜ ਲੈਕਚਰ 'ਚ ਅਸੀਂ ਕਵਰ ਕਰਨਾ ਆ, ਦੈਟ ਇਜ਼ ਮਾਈ ਫੈਕਟਰੀ ਐਕਟ। ਫੈਕਟਰੀ ਐਕਟ ਨੂੰ ਆਪਾਂ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਤਾਂ ਅਸੀਂ ਦੇਖੀਏ ਕਿ ਫੈਕਟਰੀ ਐਕਟ ਦੇ ਆਬਜੈਕਟਿਵਸ ਕੀ ਆ, ਕਿਉਂ ਇਹ ਇੰਡਸਟਰੀ ਦੇ ਵਿੱਚ ਅਪਲਾਈ ਕਰਵਾਇਆ ਗਿਆ। ਸਭ ਤੋਂ ਪਹਿਲਾਂ ਵਰਕਰ ਦੀਆਂ ਵਰਕਿੰਗ ਕੰਡੀਸ਼ਨਸ ਨੂੰ ਰੈਗੂਲੇਟ ਕਰਨ ਦੇ ਲਈ, ਵਰਕਰਸ ਦੇ ਲਈ ਸੇਫਟੀ ਪ੍ਰੋਵਾਈਡ ਕਰਨ ਦੇ ਲਈ, ਉਹਦੀ ਹੈਲਥ ਪ੍ਰੋਟੈਕਟ ਕਰਨ ਦੇ ਲਈ, ਜਾਂ ਵਰਕਰ ਦੇ ਵਿੱਚ ਜਿਹੜਾ ਇੰਡਸਟਰੀ ਦੇ ਵਿੱਚ ਵੈਲਫੇਅਰ ਕੰਡੀਸ਼ਨਸ ਜਾਂ ਵੈਲਫੇਅਰ ਦੀਆਂ ਪ੍ਰੋਵੀਜ਼ਨਸ ਪ੍ਰੋਵਾਈਡ ਕਰਨ ਦੇ ਲਈ। ਸੋ ਤਿੰਨ ਗੱਲਾਂ ਤੇ ਇੱਥੇ ਫੋਕਸ ਕਰ ਰਿਹਾ ਮੈਂ। ਸਭ ਤੋਂ ਪਹਿਲਾਂ ਵਰਕਿੰਗ ਕੰਡੀਸ਼ਨਸ ਦੀ ਜੇ ਗੱਲ ਕਰੀਏ, ਉਹਦੇ ਵਿੱਚ ਸੇਫਟੀ ਮੈਂ ਵਰਡ ਪਹਿਲੇ ਪੁਆਇੰਟ ਦੇ ਵਿੱਚ ਲਿਆ, ਫਿਰ ਮੈਂ ਹੈਲਥ ਲਿਆ, ਫਿਰ ਮੈਂ ਵੈਲਫੇਅਰ ਲਿਆ। ਤਿੰਨ ਚੀਜ਼ਾਂ ਨੂੰ ਮੈਂ ਕਵਰ ਕੀਤਾ ਹੈ। ਸੋ ਇਹ ਇਹਦੇ ਆਬਜੈਕਟਿਵ ਹੈਗੇ ਆ, ਵਰਕਿੰਗ ਕੰਡੀਸ਼ਨਸ ਨੂੰ ਰੈਗੂਲੇਟ ਕਰਨਾ, ਵਰਕਰ ਨੂੰ ਸੇਫਟੀ ਮੈਜਰਸ ਪ੍ਰੋਵਾਈਡ ਕਰਨਾ, ਉਹਦੀਆਂ ਹੈਲਥ ਕੰਡੀਸ਼ਨਸ ਨੂੰ ਪ੍ਰੋਵਾਈਡ ਕਰਨ ਦੇ ਲਈ ਜਿਹੜੀਆਂ ਪ੍ਰੋਵੀਜ਼ਨਸ ਆ ਉਹ ਮੈਂ ਵਰਕਰ ਨੂੰ ਦਵਾਂਗਾ। ਇਸ ਤੋਂ ਇਲਾਵਾ ਵਰਕਰ ਦੇ ਵੈਲਫੇਅਰ ਲਈ ਮੈਂ ਵੇਰੀਅਸ ਪ੍ਰੋਵੀਜ਼ਨਸ ਪ੍ਰੋਵਾਈਡ ਕਰਾਂਗਾ।
जे कोई इंडस्ट्री ओनर इन्हां चीज़ां नूं प्रोवाइड नहीं करता पिया, ये चीज़ां जिहड़ियां आ वर्कर नूं नहीं दे रहा, तो वह वायलेशन ऑफ एक्ट समझिया जाएगा। उस ओनर दे अगेंस्ट वेरीअस कोर्ट जिहड़ियां हैगियां वो पनिशमेंट देणगियां और इंप्रिजनमेंट भी हो सकती है, जेल भी हो सकती है। सो इनू पैनलाइज करना जिहड़ा ये एक्ट हैगा वो भी ये ऑब्जेक्टिव्स ने, ये वेरीअस ऑब्जेक्टिव्स ने। पेपर दे विच क्वेश्चन आंदा विच ऑफ द फॉलोइंग इज द ऑब्जेक्टिव ऑफ फैक्ट्री एक्ट 1948। इन्हां विचों कोई भी ऑब्जेक्टिव दिता जा सकदा तुहानूं ते तुसीं उहदे ते टिक कर लेना जिहड़ियां जिहड़ियां गल्लां मैं तुहाडे नाल कीतियां ने। राइट, हुण असीं देखदे हां ये एक्ट दी थोड़ी जी बैकग्राउंड करके फिर आपां स्टार्ट करांगे अगे। ये एक्ट जिहड़ा पास होया सीगा, सॉरी 1948 जिहड़ा एक्ट पास होया ਉਹ ਹੋਇਆ 28 ਅਗਸਤ 1938 ਦੇ ਵਿੱਚ ਔਰ ਅਪਲਾਈ ਹੋਇਆ ਸੀਗਾ 1 ਅਪ੍ਰੈਲ 1949 ਦੇ ਵਿੱਚ। ਰਾਈਟ, ਇਹ ਡੇਟਸ ਯਾਦ ਕਰਨੀਆਂ ਨੇ ਸਾਰਿਆਂ ਨੇ। ਜਿਹੜਾ ਐਕਟ ਪਾਸ ਹੋਇਆ ਸੀਗਾ ਇਹ 1938 ਦੇ ਵਿੱਚ ਹੋਇਆ ਸੀਗਾ 28 ਅਗਸਤ ਨੂੰ। ਰਾਈਟ, ਪਰ ਇਹਨੂੰ ਅਪਲਾਈ ਕੀਤਾ ਗਿਆ ਸੀ 1949 ਦੇ ਵਿੱਚ 1 ਅਪ੍ਰੈਲ ਨੂੰ। ਰਾਈਟ, सारी इंडिया दे विच एप्लीकेबल आ। हुण एक खास गल मैं तुहाडे नाल करन लगा, बुक्स दे विच लिखिया होया सारी इंडिया च ये लॉ जिहड़ा एक्ट हैगा अप्लाई होएगा जम्मू एंड कश्मीर नूं छड्ड के। सो अज दी डेट दे विच सिनेरियो डिफरेंट हैगा आ। सानू सारियां नूं पता है कि आर्टिकल 370 जिहड़ा सीगा एक स्पैशल राइट्स मिले होए सीगे जम्मू एंड कश्मीर नूं, ਉਹ ਜਿਹੜਾ आर्टिकल 370 हैगा ਉਹ डिसॉल्व कर दिता गवर्नमेंट ने। जम्मू एंड कश्मीर नूं यूनियन टैरेटरीज दे विच डिवाइड करता गया है और उत्थों जिहड़ा आर्टिकल 370 हटा दिता गया। इस करके अज दी डेट दे विच ये जिहड़ा एक्ट हैगा जम्मू एंड कश्मीर ते भी अप्लाई होएगा। इत्थे मैं क्रॉस मार के पेपर दे विच लिखिया है भी इनू छड्ड के होएगा, पर अज दी डेट दे विच ये कंडीशन नहीं हैगी। अज दी डेट दे विच ये एक्ट जिहड़ा हैगा जम्मू एंड कश्मीर ते भी अप्लाई होएगा। ये माइंड च रखनी है सारियां ने गल। सो मेरे ख्याल च पेपर च क्वेश्चन नहीं आना चाहिए, बट जे पेपर दे विच क्वेश्चन आ जाता क्योंकि कई बार जब स्टूडेंट्स की अवेयरनेस नू चैक किया जाता है तो उत्ते खास करके ख्याल रखना है कि आर्टिकल 370 डिसॉल्व होने तो बाद ये जिहड़ा फैक्ट्री एक्ट 1948 सी जम्मू एंड कश्मीर दे विच एप्लीकेबल हैगा। राइट, पहले नहीं सीगा। सो इस तो इलावा देखते किद्दां दी इंडस्ट्री दे विच इहदी एप्लीकेबिलिटी हैगी आ। जिन्ने भी परमिसिस हैगे जां मैन्युफैक्चरिंग प्रोसैसिस हैगी ये सारियां इंडस्ट्रीज दे उत्ते फैक्ट्री एक्ट जिहड़ा अप्लाई होएगा। जिस इंडस्ट्री दे विच पावर कनैक्शन हैगे आ, इलैक्ट्रिसिटी कनैक्शन हैगे आ और उत्थे 10 वर्कर जां 10 तो ज़्यादा वर्कर काम करते पे आ, उत्थे फैक्ट्री एक्ट अप्लाई होएगा। राइट, जिस इंडस्ट्री दे विच पावर कनैक्शन नहीं हैगे पर वर्कर 20 या 20 तो ज़्यादा हो गए उत्थे भी फैक्ट्री एक्ट जिहड़ा है अप्लाई होएगा। ये बहुत इंपॉर्टेंट क्वेश्चन है जिहड़ा पेपर दे विच आंदा आ की हैगा हो कि एप्लीकेबिलिटी 10 वर्कर्स विद पावर 20 वर्कर्स विदाउट पावर। ये खास करके ख्याल रखना से किसी इंडस्ट्री दे कोल पावर मशीन्स लगियां हुई ने, पावर कनैक्शनस हैगे आ पर उहदे वर्कर 8 हैगे आ ते ये एक्ट जिहड़ा आ वो एप्लीकेबल नहीं होएगा। राइट, जिद्दां ही उहदे 10 वर्कर्स हो गए वो ये एक्ट अप्लाई हो जाएगा। सिमिलरली जे किसी कोल पावर कनैक्शन नहीं हैगे, से कोई एम्ब्रॉयडरी हैंड एम्ब्रॉयडरी का काम करता पे, से कोई जिमें दरियां बुणन का काम कर रहे हैं उत्थे पावर कनैक्शन की जे जरूरत नहीं हैगी और उहदे कोल से 15 इंप्लॉई हैगे आ ते ये एक्ट अप्लाई नहीं होना। उहदे च घट्टो घट्ट 20 वर्कर काम करते होने चाहिए पक्के तौर दे उहदे ते, फिर उहदे ते फैक्ट्री एक्ट जिहड़ा अप्लाई हो जाएगा। ये खास करके कंडीशंस तुसीं नोट करनियां ने सारियां ने। 10 वर्कर्स विद पावर, 20 वर्कर्स विदाउट पावर। सो हुण कुछ टर्म्स आपां इंडस्ट्रीयल एक्ट दे विच यूज करते पे हैं। सब तो पहला ऑक्यूपायर। हुण ऑक्यूपायर किहड़ा ओह वाला ऑफिशियल जिहड़ा इंडस्ट्री दा अल्टीमेट कंट्रोल देखदा पिया उहनूं असीं ऑक्यूपायर कहने आ। मीनस सारी रिस्पॉन्सिबिलिटी ऑक्यूपायर दी होएगी। ही इज द ओवरऑल इंचार्ज ऑफ द इंडस्ट्री।
ये लैके चलना ऑक्यूपायर नूं। उस तो बाद असी अडल्ट की गल करते हैं। कोई भी जिहड़ा इंपलॉई हैगा आ, जिहड़ा कोई भी परसन हैगा आ जिहड़ा 18 ईयर की एज नूं क्रॉस कर लैंदा, 18 साल या 18 साल तो वध, उहनूं असी एडल्ट कवांगे। अगे असी हैजार्डियस प्रोसैसिस की गल करते हैं। इंडस्ट्री दे विच कोई भी मटीरियल, रॉ मटीरियल होवे, चाहे फिनिश्ड गुड्स होवे, कोई भी प्रोसैसिस होण, कोई भी होर तरह का मटीरियल होवे जिहड़ा वर्कर दी हैल्थ नूं अफैक्ट करता होवे जां जिहड़ा इन्वायरमेंट नूं पल्यूट करता होवे, उहनूं आपां हैजार्डियस प्रोसैसिस कहने। ये खास करके ख्याल रखना है आपां। हैजार्डियस प्रोसैसिस किहड़ियां ने, जिहड़ियां ह्यूमन बीइंग्स नूं जां इन्वायरमेंट नूं पल्यूट करदियां पईयां और ह्यूमन बीइंग दी हैल्थ नूं अफैक्ट करदियां पईयां, खराब करदियां, हैजार्डियस प्रोसैसिस किया जाता है। ये 3 डेफिनेशन इहदे च मेन ने, पेपर दे विच आ सकदियां ने। हैजार्डियस प्रोसैसिस भी आ सकदा, ऑक्यूपायर किहनूं कहंदे आ, ऑक्यूपायर भी हो सकदा। ऑक्यूपायर होया जिहदे कोल अल्टीमेट कंट्रोल है इंडस्ट्री दा। सो हुण असी गल करते हैं कि ऑक्यूपायर जिहड़ा आपां पिछे डिफाइन किया, मैं तुहानूं समझाया ऑक्यूपायर, ओहदियां रिस्पॉन्सिबिलिटीज़ किहड़ियां ने। स्टूडेंट्स ने एक ख्याल रखना सारिਆਂ ने, ये एक्ट जिन्ने भी हैगे ने इन्हां विचों 2 ਜਾਂ 3 क्वेश्चन पेपर दे विच आ जांदे ने। ईजी हैगे आ, कोई टफ नहीं हैगे। जे तुसी ध्यान नाल मेरी गल सुन लूंगे अज दी डेट दे विच ते अपने आप ही ये सारे एक्ट रिवाइज हो जाणगे। सब तो पहला हुण आपां देखिए रिस्पॉन्सिबिलिटियां ऑक्यूपायर्स दियां किहड़ियां ने। ऑक्यूपायर जिहड़ा इंश्योर करेगा वर्कर दी सेफ्टी, हैल्थ ते वैलफेयर नूं, राइट। हुण एक्ट दे विच 3 ही चीज़ां नूं फोकस किया जा रहा। मैं पिछे भी गल करदा, एक सेफ्टी नूं, एक हैल्थ नूं और एक वैलफेयर नूं, 3 चीज़ां नूं फोकस करते पे आपां। सो पेपर दे विच आ जांदा किसी वारी ये आ जांदा कि फैक्ट्री एक्ट दे विच किहड़ियां 3 प्रोविजनस नूं कंसीडर किया जांदा। दैट इज ओनली सेफ्टी, हैल्थ एंड वैलफेयर। सो 3 चीज़ां नूं आपां जिहड़ा हैगा आ वो लैके चलदे हैं। सो इस दे विच ऑक्यूपायर ने 3 चीज़ां नूं मेनटेन करना। इस तो बाद प्लांट दे विच प्लांट और सिस्टम नूं इस तरीके दे नाल मेनटेन करना कि उत्थे सेफ इन्वायरमेंट रहे और हैल्थ नूं कोई रिस्क ना होवे वर्कर दी नूं, ये इंश्योर करूगा ऑक्यूपायर। इस तो अलावा जे जिहड़ी इंडस्ट्री दे विच ट्रांसपोर्टेशन हैगी आ जां सबसटेंसिस नूं स्टोर करना आ जां सबसटेंसिस नूं आपां यूज करना, ਉਹਦੇ ਵਿੱਚ वर्कर ਦੀ ਹੈਲਥ ਨੂੰ ਕਿਸੇ ਤਰ੍ਹਾਂ ਦਾ ਕੋਈ ਰਿਸਕ ਨਾ ਹੋਵੇ, ਇਹ ਵੀ ਇੰਸ਼ੋਰ ऑक्यूपायर ਕਰੇਗਾ। ਇਸ ਤੋਂ ਇਲਾਵਾ ਜਿੱਥੇ ਡੇਂਜਰਸ ਜਾਂ ਪ੍ਰੋਸੈਸਿਸ ਨੇ, ਹੈਜ਼ਾਰਡੀਅਸ ਪ੍ਰੋਸੈਸਿਸ ਨੇ, ਜਿਵੇਂ ਮੈਂ ਪਿੱਛੇ ਐਕਸਪਲੇਨ ਕੀਤਾ, ਉੱਥੇ ਵਕਾਇਦਾ ਜਿਹੜਾ ऑक्यूपायर ਹੈਗਾ ਆ ਇਨਫੋਰਮੇਸ਼ਨ ਪ੍ਰੋਵਾਈਡ ਕਰੇਗਾ, इंस्ट्रक्शंस प्रोवाइड करेगा, वर्कर्स नूं ट्रेनिंग देगा और उस एरिया दे विच प्रॉपर सुपरविजन करवाएगा तां जो किसी वर्कर दी जिहड़ी हैल्थ आ वो खराब ना होवे, राइट, उहदा नुकसान ना होवे। सो ये भी ऑक्यूपायर करेगा। इस तो अलावा इन्वायरमेंट मॉनिटरिंग दा काम भी जिहड़ा हैगा आ कि उहदे च वधिया इन्वायरमेंट इंडस्ट्री दे विच रहे, वो भी ऑक्यूपायर दी रिस्पॉन्सिबिलिटी हैगी आ। वैलफेयर दियां हर एक तरह दियां फैसिलिटीज़ वर्कर नूं प्रोवाइड होण। इस तो अलावा इंडस्ट्री की जिहड़ी सेफ्टी पॉलिसी हैगी आ वो भी वर्कर्स नूं कम्युनिकेट करना ऑक्यूपायर की रिस्पॉन्सिबिलिटी आ कि साडी इंडस्ट्री की सेफ्टी पॉलिसी की हैगी। ये सारियां ऑक्यूपायर दियां रिस्पॉन्सिबिलिटीज़ ने। हुण असीं मेन प्रोविजनस नूं डिस्कस करते हैं। लैके चलो, सब तो पहला मैं गल कीती सीगी हैल्थ दी। सो हैल्थ नूं आपां डिस्कस करते हैं। एक सेकंड मैं पॉइंटर ले लवां। एक सेकंड बेटे, चलिए सब तो पहला मैं डिस्कस करांगा प्रोविजन ऑफ हैल्थ। हैल्थ किवें मेनटेन रह सकती है जे क्लैनीनेस हैगी है। क्लैनीनेस इज नेक्स्ट टू गॉड, सारे कहते हैं। जो क्लीनिंग हैगी आ, जे क्लीनिंग इंडस्ट्री दे विच ते उत्थे वर्कर दी हैल्थ मेनटेन रहेगी। इस करके क्लीनिंग दी खास प्रोविजन ऑक्यूपायर ने, इंडस्ट्रीलिस्ट ने इंडस्ट्री दे विच करनी है। हुण उहदे लई की करेगा इंडस्ट्रीलिस्ट दी किहड़ी जिम्मेवारी है। सब तो पहला तां हफ्ते दे विच एक बार जिहड़ा शॉप फ्लोर हैगा आ उहदा फर्श साफ करेगा, पानी दे नाल करवाएगा और उहदे विच प्रॉपर डिसइनफेक्टेंट यूज करेगा, जां कोई इस तो वधिया मैथड हैगा ते वो एडॉप्ट करेगा,
राइट। सो की करना, हफ्ते दे विच एक वारी फ्लोर धोता जाएगा डिसइनफेक्टेंट पा के। इस तो इलावा जे ਜਿਹੜਾ ਫਰਸ਼ ਹੈਗਾ ਆ, ਜਿਹੜਾ ਫਲੋਰ ਹੈਗਾ, ਉਹਦੇ ਤੇ ਜੇ ਕੋਈ ਪਾਣੀ ਖੜਾ ਹੁੰਦਾ ਪਿਆ ਜਾਂ ਕੁਝ ਪ੍ਰੋਸੈਸਿਸ ਇਦਾਂ ਦੀਆਂ ਕਿ ਫਰਸ਼ ਨੂੰ ਵੈਟ ਕਰਦੀਆਂ ਪਈਆਂ, ਉੱਥੇ ਪ੍ਰੋਪਰ ਡਰੇਨੇਜ ਸਿਸਟਮ ਹੋਣਾ ਚਾਹੀਦਾ। ਇਹ ਆਕੂਪਾਇਰ ਦੀ ਮੇਨ ਜ਼ਿੰਮੇਵਾਰੀ ਆ। ਹੁਣ ਕਿਉਂ ਹੋਣਾ ਚਾਹੀਦਾ? ਜੇ ਸ਼ੌਪ ਫਲੋਰ ਦੇ ਉੱਪਰ ਪਾਣੀ ਖੜਾ ਹੋ ਗਿਆ, ਸਾਨੂੰ ਸਾਰਿਆਂ ਨੂੰ ਪਤਾ ਕਿ ਉੱਥੇ ਮੱਛਰ ਆ ਜਾਏਗਾ, ਮੱਛਰ ਆ ਜਾਏਗਾ ਤਾਂ ਉੱਥੇ ਬਿਮਾਰੀ ਫੈਲੇਗੀ, ਨੰਬਰ 1। ਨੰਬਰ 2, ਜੇ ਵੈਟ ਹੋ ਗਿਆ ਤੇ ਸਲਿਪਰੀ ਹੋ ਜਾਏਗਾ, ਸਲਿਪ ਹੋਣ ਦੇ ਨਾਲ ਕੋਈ ਗਿਰ ਗਿਆ, ਉਹਦੇ ਐਕਸੀਡੈਂਟ ਹੋ ਸਕਦਾ, ਉਹਦੇ ਕੋਈ ਸੱਟ ਪੇਟ ਲੱਗ ਸਕਦੀ ਆ। ਇਸ ਕਰਕੇ ਇੰਡਸਟਰੀਲਿਸਟ ਨੇ ਇਹ ਐਂਸ਼ੋਰ ਕਰਨਾ ਹੈ ਕਿ ਜਿੱਥੇ ਵੀ ਫਰਸ਼ ਜਿਹੜਾ ਵੈਟ ਹੋ ਰਿਹਾ, ਇਦਾਂ ਦੀਆਂ ਪ੍ਰੋਸੈਸਿਸ ਹੈਗੀਆਂ, ਇਦਾਂ ਦੀਆਂ ਕੰਡੀਸ਼ਨਸ ਹੈਗੀਆਂ ਨੇ, ਉੱਥੇ ਪ੍ਰੋਪਰ ਡਰੇਨੇਜ ਸਿਸਟਮ ਯੂਜ਼ ਕਰੇਗਾ। ਇਸ ਤੋਂ ਇਲਾਵਾ ਕਈ ਵਾਰੀ ਇੰਡਸਟਰੀ ਦੇ ਵਿੱਚ ਜਿਹੜਾ ਫਲੋਰ ਹੁੰਦਾ ਹੈ ਉਹਦੇ ਤੇ ਵਾਟਰਪ੍ਰੂਫ ਪੇਂਟ ਕੀਤਾ ਹੁੰਦਾ, ਜਿੱਥੇ ਆਪਾਂ ਜ਼ਿਆਦਾਤਰ ਪਾਣੀ ਦਾ ਪ੍ਰੋਸੈਸਿਸ ਦੇ ਵਿੱਚ ਵਾਟਰ, ਜੇ ਇਦਾਂ ਦੀਆਂ ਕੰਡੀਸ਼ਨ ਹੈਗੀਆਂ ਕਿ ਫਰਸ਼ ਦੇ ਉੱਤੇ ਵਾਟਰਪ੍ਰੂਫ ਪੇਂਟ ਕੀਤਾ ਹੋਇਆ, ਉਹਨੂੰ 3 ਸਾਲ ਦੇ ਵਿੱਚ ਇੱਕ ਵਾਰੀ ਦੁਬਾਰਾ ਜਿਹੜਾ ਰੀਪੇਂਟ ਕੀਤਾ ਜਾਏਗਾ ਔਰ ਸਾਲ ਦੇ ਵਿੱਚ ਇੱਕ ਵਾਰੀ ਉਹਨੂੰ ਚੰਗੀ ਤਰ੍ਹਾਂ ਪਾਣੀ ਨਾਲ ਧੋਤਾ ਜਾਏਗਾ। ਇਹ ਇਸ ਕੰਡੀਸ਼ਨ ਦੇ ਵਿੱਚ, ਵੈਸੇ ਵੀਕਲੀ ਤੁਸੀਂ ਧੋਣਾ ਨਾਰਮਲ ਫਰਸ਼ ਨੂੰ, ਰਾਈਟ। ਜੇ ਤੁਹਾਡੇ ਕੋਲ ਵਾਟਰਪ੍ਰੂਫ ਪੇਂਟ ਫਰਸ਼ ਦੇ ਉੱਤੇ ਕੀਤਾ ਹੋਇਆ ਤੇ 3 ਸਾਲ ਦੇ ਵਿੱਚ ਇੱਕ ਵਾਰੀ ਉਹ ਜਿਹੜਾ ਪੇਂਟ ਕੀਤਾ ਜਾਣਾ ਚਾਹੀਦਾ ਆ, ਔਰ ਸਾਲ ਦੇ ਵਿੱਚ ਇੱਕ ਵਾਰੀ ਉਹ ਚੰਗੀ ਤਰ੍ਹਾਂ ਵਾਸ਼ ਕੀਤਾ ਜਾਣਾ ਚਾਹੀਦਾ। ਇਸ ਤੋਂ ਇਲਾਵਾ ਆ ਗਿਆ ਤੁਹਾਡਾ ਵਾਈਟ ਵਾਸ਼। ਵਾਈਟ ਵਾਸ਼ 14 ਮਹੀਨਿਆਂ ਦੇ ਵਿੱਚ, 14 ਮੰਥਸ ਦੇ ਵਿੱਚ ਇੱਕ ਵਾਰੀ ਜਿਹੜੀ ਇੰਡਸਟਰੀ ਹੈਗੀ ਆ ਵਾਈਟ ਵਾਸ਼ ਕੀਤੀ ਜਾਣੀ ਚਾਹੀਦੀ ਆ। ਉਹਦੇ ਚ ਚੰਗੀ ਤਰ੍ਹਾਂ ਜਿਹੜਾ ਦੀਵਾਰਾਂ ਨੂੰ ਵਾਈਟ ਵਾਸ਼ ਹੋ ਜਾਣਾ ਚਾਹੀਦਾ 14 ਮਹੀਨੇ ਦੇ ਇੱਕ ਵਾਰ। ਸੋ ਇਹ ਸਾਰੇ ਇੰਟਰਵਲਸ ਜਿਹੜੇ ਨੇ, ਜਿੱਦਾਂ ਹਫਤੇ ਦੇ ਵਿੱਚ ਇੱਕ ਵਾਰੀ ਫਰਸ਼ ਸਾਫ਼ ਕਰਨਾ ਵਿਦ ਡਿਸਇਨਫੈਕਟੈਂਟਸ, ਇਸ ਤੋਂ ਇਲਾਵਾ ਡਰੇਨੇਜ ਪ੍ਰੋਸੈਸਿਸ ਜਿਹੜੀਆਂ ਹੈਗੀਆਂ ਨੇ, ਫਿਰ ਫਲੋਰ ਦੀ ਰੀਪੇਂਟਿੰਗ 3 ਸਾਲ ਦੇ ਵਿੱਚ, ਜੇ ਵਾਟਰਪ੍ਰੂਫ ਪੇਂਟ ਹੈਗਾ ਤੇ ਸਾਲ ਦੇ ਵਿੱਚ ਇੱਕ ਵਾਰੀ ਧੋਣਾ, 14 ਹਫ਼ਤੇ ਦੇ ਵਿੱਚ 14 ਮੰਥਸ ਦੇ ਵਿੱਚ ਇੱਕ ਵਾਰੀ ਵਾਈਟ ਵਾਸ਼ ਕਰਨਾ। ਇਹ ਸਾਰੇ ਇੰਟਰਵਲਸ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ। ਇਸ ਤੋਂ ਇਲਾਵਾ ਇੰਡਸਟਰੀ ਦੀ ਜਿਹੜੀ ਰੀਪੇਂਟਿੰਗ ਹੈਗੀ ਆ ਜਾਂ ਰੀਵਾਰਨਿਸ਼ਿੰਗ ਹੈਗੀ ਆ, ਉਹ 5 ਸਾਲ ਦੇ ਵਿੱਚ ਇੱਕ ਵਾਰ ਕੀਤੀ ਜਾਣੀ ਚਾਹੀਦੀ ਆ। सॉरी, मैनू चैट च दसियो मेरी वॉइस क्लीयर सी सारिਆਂ ਨੂੰ, प्लीज काइंडली। यस सर, क्लियर है। ओके ओके ओके, फाइन फाइन, चलिए, थैंक यू। सो 5 साल ਦੇ ਵਿੱਚ ਇੱਕ ਵਾਰੀ ਰੀਪੇਂਟਿੰਗ ਜਾਂ ਰੀਵਾਰਨਿਸ਼ਿੰਗ ਹੋਣੀ ਚਾਹੀਦੀ ਆ। ਜਿੰਨੇ ਵੀ ਟ੍ਰੇਡ ਵੇਸਟ ਨੇ ਇੰਡਸਟਰੀ ਦੇ ਵਿੱਚ, ਜਿੰਨਾ ਵੀ ਵੇਸਟ ਸਿਸਟਮ ਹੈਗਾ ਉਹਦਾ ਪ੍ਰੋਪਰ ਡਿਸਪੋਜ਼ਲ ਸਿਸਟਮ ਚਾਹੀਦਾ। ਜੇ ਇੰਡਸਟਰੀ ਦੇ ਵਿੱਚ ਅਸੀਂ ਕੈਮੀਕਲਸ ਯੂਜ਼ ਕਰਦੇ ਪਏ ਆ ਤਾਂ ਉਹਨਾਂ ਦਾ ਐਫਲੂਐਂਟ ਟ੍ਰੀਟਮੈਂਟ ਪ੍ਰੋਪਰ ਹੋਣਾ ਚਾਹੀਦਾ। ਐਫਲੂਐਂਟ ਟ੍ਰੀਟਮੈਂਟ ਕੀ ਹੈਗਾ ਆ? ਜਿੰਨੇ ਵੀ ਅਸੀਂ ਕੈਮੀਕਲਸ ਯੂਜ਼ ਕਰਦੇ ਪਏ ਉਹਨਾਂ ਨੂੰ ਪ੍ਰੋਸੈਸ ਕਰਕੇ ਜਿਹੜਾ ਉਹਨਾਂ ਦਾ ਵੇਸਟ ਨਿਕਲਦਾ ਹੈ ਉਹਦੀ ਪੀਐਚ ਵੈਲਿਊ ਨੂੰ ਕੰਟਰੋਲ ਕਰਕੇ ਆਪਾਂ ਬਾਹਰ ਇੰਡਸਟਰੀ ਦੇ ਵਿੱਚੋਂ ਥਰੋ ਕਰਨਾ, ਉਸ ਤੋਂ ਬਿਨਾਂ ਅਸੀਂ ਥਰੋ ਨਹੀਂ ਕਰਨਾ। ਜਿਹੜੀ ਵੈਂਟੀਲੇਸ਼ਨ ਹੈਗੀ ਆ ਉਹ ਪ੍ਰੋਪਰ ਹੋਣੀ ਚਾਹੀਦੀ ਹੈ ਇੰਡਸਟਰੀਜ਼ ਦੇ ਵਿੱਚ। ਵਰਕ ਪਲੇਸ ਦੇ ਉੱਤੇ ਟੈਂਪਰੇਚਰ ਕੰਫਰਟੇਬਲ ਹੋਣਾ ਚਾਹੀਦਾ। ਜਿਹੜਾ 에ਅਰ ਪੋਲਿਊਸ਼ਨ ਹੈਗਾ ਆ ਉਹਨੂੰ ਕੰਟਰੋਲ ਕੀਤਾ ਜਾਣਾ ਚਾਹੀਦਾ। ਡਸਟ ਕੰਟਰੋਲ ਹੋਏਗੀ, ਫਿਊਮਸ ਕੰਟਰੋਲ ਹੋਏਗੀ। ਕਈ ਵਾਰੀ ਇੰਡਸਟਰੀ ਦੇ ਵਿੱਚ ਇਦਾਂ ਦੀਆਂ ਇਨਵਾਇਰਮੈਂਟਸ ਹੁੰਦੇ ਨੇ ਕਿ ਉੱਥੇ ਜਿਵੇਂ ਫਰਨਸਿਸ ਲੱਗੀਆਂ ਹੋਈਆਂ, ਸਮੋਕ ਨਿਕਲੇਗਾ ਜਾਂ ਫਿਊਮਸ ਨਿਕਲ ਗਈਆਂ, ਜਾਂ ਕੋਈ ਹੋਰ ਇਦਾਂ ਦੀ ਵਰਕਿੰਗ ਇਨਵਾਇਰਮੈਂਟ ਹੈਗੇ ਆ ਜਿੱਥੇ ਡਸਟ ਬਹੁਤ ਜ਼ਿਆਦਾ ਹੈਗੀ ਆ, ਫਿਊਮਸ ਬਹੁਤ ਜ਼ਿਆਦਾ, ਉੱਥੇ 에ਅਰ ਪੋਲਿਊਸ਼ਨ ਕੰਟਰੋਲ ਜ਼ਰੂਰ ਹੋਣਾ ਚਾਹੀਦਾ। ਇਸ ਤੋਂ ਇਲਾਵਾ ਇੱਕ ਬੜਾ ਇੰਪੋਰਟੈਂਟ ਪੁਆਇੰਟ ਆ ਜਿਹੜਾ ਪੇਪਰ ਦੇ ਵਿੱਚ ਕਈ ਵਾਰੀ ਆ ਜਾਂਦਾ, ਦੈਟ ਇਜ਼ ਓਵਰ ਕਰਾਊਡਿੰਗ। ਜਿਹੜਾ ਓਵਰ ਕਰਾਊਡਿੰਗ ਦੀ ਮੈਂ ਗੱਲ ਕਰਦਾ ਪਿਆ, ਵਰਕਰ ਜਿਹੜੇ ਹੈਗੇ ਉਹਨਾਂ ਨੂੰ ਖੜੇ ਹੋਣ ਨੂੰ, ਕੰਮ ਕਰਨ ਨੂੰ ਪ੍ਰੋਪਰ ਸਪੇਸ ਮਿਲਣਾ ਚਾਹੀਦਾ। ਜ਼ਿਆਦਾ ਡੈਂਸ ਨਹੀਂ ਖੜੇ ਹੋਣੇ ਚਾਹੀਦੇ, ਰਾਈਟ। ਹੁਣ ਇਹ ਨੋਰਮ ਜਿਹੜੀ ਆ ਗਵਰਨਮੈਂਟ ਨੇ ਡਿਸਾਈਡ ਕਰ ਦਿੱਤੀ ਅੰਡਰ ਫੈਕਟਰੀ ਐਕਟ 1948 ਕਿ ਇੱਕ ਵਰਕਰ ਨੂੰ 500 ਕਿਊਬਿਕ ਫੁੱਟ ਸਪੇਸ ਕੰਮ ਕਰਨ ਨੂੰ ਚਾਹੀਦੀ ਹੈ। ਇਸ ਤੋਂ ਘੱਟ ਸਪੇਸ ਨਹੀਂ ਉਹਨੂੰ ਮਿਲੇਗੀ ਕੰਮ ਕਰਨ ਨੂੰ। ਜੇ ਘੱਟ ਸਪੇਸ ਮਿਲਦੀ ਹੈ ਤਾਂ ਵਾਇਲੇਸ਼ਨ ਆਫ ਐਕਟ ਹੋ ਜਾਏਗੀ। ਸੋ ਇਹ ਨੋਰਮ ਯਾਦ ਕਰਨੀ ਹੈ ਓਵਰ ਕਰਾਊਡਿੰਗ ਦੇ ਵਿੱਚ।
ਇੱਕ ਵਰਕਰ ਨੂੰ ਕਿੰਨੀ ਜਗ੍ਹਾ ਮਿਲਣੀ ਚਾਹੀਦੀ ਅੰਡਰ ਫੈਕਟਰੀ ਐਕਟ ਕੰਮ ਕਰਨ ਦੇ ਲਈ? 500 ਕਿਊਬਿਕ ਫਿਟ ਜਗ੍ਹਾ ਉਹਨੂੰ ਮਿਲਣੀ ਚਾਹੀਦੀ ਹੈ, ਰਾਈਟ। ਇਸ ਤੋਂ ਇਲਾਵਾ ਸਪਿਟੂਨਸ ਜਿਹੜੇ ਆ ਉਹ ਇੰਡਸਟਰੀ ਦੇ ਵਿੱਚ ਹੋਣੇ ਚਾਹੀਦੇ। ਹੁਣ ਮੈਂ ਸਪਿਟੂਨਸ ਨੂੰ ਥੋੜਾ ਜਿਹਾ ਐਕਸਪਲੇਨ ਕਰਾਂਗਾ। ਸਭ ਤੋਂ ਜ਼ਿਆਦਾ ਇਨਫੈਕਸ਼ਨ ਦੀ ਜੇ ਅਸੀਂ ਗੱਲ ਕਰਦੇ ਹਾਂ ਤੇ ਉਹ ਸਪਿਟਿੰਗ ਦੇ ਨਾਲ ਆ, ਥੁੱਕਣ ਦੇ ਨਾਲ ਆ। ਜਿੱਦਾਂ ਆਪਾਂ ਯੂਪੀ ਚ ਚਲੇ ਜਾਈਏ, ਹੋਰ ਚਲੇ ਜਾਈਏ, ਉੱਥੇ ਜਿੱਦਾਂ ਪਾਨ ਦੀ ਚੂਇੰਗ ਬਹੁਤ ਕਰਦੇ ਨੇ, ਪਾਨ ਬਹੁਤ ਚਬਾਉਂਦੇ ਨੇ, ਉਸ ਤੋਂ ਬਾਅਦ ਉਹਦੀ ਸਪਿਟਿੰਗ ਬਹੁਤ ਜ਼ਿਆਦਾ ਹੈਗੀ ਆ। ਇੰਡਸਟਰੀ ਦੇ ਵਿੱਚ ਵੀ ਜਿਹੜੀ ਲੇਬਰ ਹੈਗੀ ਆ ਇਦਾਂ ਦੀਆਂ ਸਟੇਟਸ ਤੋਂ ਵੀ ਹੈਗੀ ਆ, ਜਾਂ ਉਹਨਾਂ ਨੂੰ ਇਹ ਕਹਿ ਲਓ ਵੀ ਉਹ ਹੈਬਿਚੁਅਲ ਨੇ ਸਪਿਟਿੰਗ ਕਰਨ ਦੇ। ਔਰ ਸਪਿਟਿੰਗ ਸਭ ਤੋਂ ਜ਼ਿਆਦਾ ਇਨਫੈਕਟਡ ਹੈਗੀ ਆ, ਉਹਦੇ ਨਾਲ ਸਭ ਤੋਂ ਜ਼ਿਆਦਾ ਬਿਮਾਰੀਆਂ ਫੈਲਦੀਆਂ ਨੇ। ਇਸ ਕਰਕੇ ਇੰਡਸਟਰੀ ਦੇ ਵਿੱਚ ਪ੍ਰੋਵੀਜ਼ਨ ਹੋਣੀ ਚਾਹੀਦੀ ਆ ਕਿ ਪ੍ਰੋਪਰ ਸਪਿਟੂਨਸ ਲੱਗੇ ਹੋਣ। ਜੇ ਵਰਕਰ ਨੇ ਥੁੱਕਣਾ ਹੈ ਤਾਂ ਉਹ ਸਪਿਟੂਨ ਦੇ ਵਿੱਚ ਥੁੱਕੇਗਾ। ਉੱਥੇ ਇੱਕ ਬਾਉਲਸ ਲੱਗੇ ਹੁੰਦੇ ਨੇ ਵੱਡੇ ਵੱਡੇ, ਉਹ ਸਪਿਟਿੰਗ ਦੇ ਲਈ ਲੱਗੇ ਹੁੰਦੇ ਆ। ਇਹ ਜ਼ਰੂਰ ਉਹਦੇ ਵਿੱਚ ਹੀ ਜਾ ਕੇ ਇਦਾਂ ਦੀਆਂ ਪ੍ਰੋਵੀਜ਼ਨ ਹੋਣ ਕਿ ਉੱਥੇ ਸਪਿਟਿੰਗ ਉਹਦੇ ਵਿੱਚ ਹੀ ਕਰੇ। ਇਸ ਤੋਂ ਇਲਾਵਾ ਡਰਿੰਕਿੰਗ ਵਾਟਰ ਜਿਹੜਾ ਅਨਇੰਟਰਪਟਡ ਹੋਣਾ ਚਾਹੀਦਾ, ਉਹਦੀ ਸਪਲਾਈ 24 ਆਵਰਸ ਆਣੀ ਚਾਹੀਦੀ ਹੈ ਪਿੱਛੋਂ। ਇਸ ਤੋਂ ਬਾਅਦ ਜਿਹੜੀ ਟਾਇਲਟਸ ਹੈਗੇ ਆ ਜਾਂ ਯੂਰੀਨਲਸ ਹੈਗੇ ਨੇ, ਇਹ ਸਫੀਸ਼ੀਐਂਟ ਕੁਆਂਟੀਟੀਜ਼ ਦੇ ਵਿੱਚ ਹੋਣੇ ਚਾਹੀਦੇ ਆ, ਔਰ ਲੇਡੀਜ਼ ਔਰ ਜੈਂਟਸ ਦੇ ਲਈ ਸੈਪਰੇਟ ਹੋਣੇ ਚਾਹੀਦੇ। ਇਹ ਤੁਹਾਡੇ ਰਾਈਟਸ ਨੇ ਸਾਰਿਆਂ ਦੇ, ਤੁਹਾਨੂੰ ਮਿਲਣੇ ਅੱਗੇ ਜਾ ਕੇ ਇੰਡਸਟਰੀਜ਼ ਦੇ ਵਿੱਚ, ਰਾਈਟ। ਸੋ ਇਹ ਤੁਹਾਡੇ ਤੇ ਐਪਲੀਕੇਬਲ ਹੋਣੇ ਨੇ। ਜੇ ਤੁਸੀਂ ਆਪਣਾ ਕੰਮ ਸਟਾਰਟ ਕਰਨਾ ਤੇ ਤੁਸੀਂ ਇਹ ਵਰਕਰ ਨੂੰ ਚੀਜ਼ਾਂ ਪ੍ਰੋਵਾਈਡ ਕਰਕੇ ਦੇਣੀਆਂ ਹੈ, ਰਾਈਟ। ਸੋ ਅੱਗੇ ਆਪਾਂ ਗੱਲ ਕਰਦੇ ਹਾਂ ਸੇਫਟੀ ਦੀ। ਹੈਲਥ ਨਾਲ ਰਿਲੇਟਡ ਆਪਾਂ ਗੱਲ ਕਰ ਲਈ ਸਾਰੀ, ਜਿੰਨੀ ਵੀ ਕਰਨੀ ਸੀ। ਉਹਦੇ ਚ ਜਿਹੜੀਆਂ ਨੋਰਮਸ ਹੈਗੀਆਂ ਮੈਂ ਤੁਹਾਡੇ ਨਾਲ ਡਿਸਕਸ ਕਰ ਲਈਆਂ ਆ। ਹੁਣ ਅਸੀਂ ਗੱਲ ਕਰਦੇ ਹਾਂ ਸੇਫਟੀਜ਼ ਦੀ। ਜੇ ਸੇਫਟੀ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾ ਪੁਆਇੰਟ ਮੈਂ ਜਿਹੜਾ ਲਿਖਿਆ ਹੋਇਆ ਦੈਟ ਇਜ਼ ensure fencing problem. sorry ma'am, सर वॉइस प्रॉब्लम है। स्लो आ रही है मैम? नहीं, आवाज ना नेट करके डिस्ट्रैक्ट हो रही है। जी मैम, एक सेकेंड में सही कर रहे हैं। चलो होपफुली ਹੁਣ नहीं आएगी इदा, थोड़ा नेट किसी वेले स्लो। अपनी वीडियो ऑफ कर दो, नेट ठीक हो जाएगा। फाइन फाइन, थैंक यू। ओके जी मैम, थैंक यू। चलिए मैम, पार्टिसिपेंट्स स्टार्ट कर दे दोबारा। सो इंश्योर फेंसिंग ऑफ मशीनरी। ਮਸ਼ੀਨਰੀ ਦੀ ਫੈਂਸਿੰਗ, ਇਹਦੇ ਵਿੱਚ ਇਹ ਪੁਆਇੰਟ ਕੀ ਕਹਿੰਦਾ ਪਿਆ, ਜਿਹੜੀ ਵੱਡੀ ਮਸ਼ੀਨਰੀ ਹੈਗੀ ਆ, ਜਿਹੜੀਆਂ ਮਸ਼ੀਨਾਂ ਚੱਲਦੀਆਂ ਪਈਆਂ ਆ ਔਰ ਉੱਥੇ ਐਕਸੀਡੈਂਟ ਪ੍ਰੋਨ ਏਰੀਆ ਬਣ ਗਿਆ, ਸੇ ਜਿਹੜਾ ਲੇਮੈਨ ਹੈਗਾ, ਜਿਹੜੇ ਵਰਕਰ ਨੂੰ ਮਸ਼ੀਨ ਨਹੀਂ ਚਲਾਣੀ ਆਉਂਦੀ ਪਈ ਆ, ਸੇ ਉਹ ਉੱਥੇ ਜਾ ਕੇ ਜੇ ਬਿਨਾਂ ਪਰਮਿਸ਼ਨ ਤੋਂ ਉਸ ਏਰੀਆ ਦੇ ਵਿੱਚ ਐਂਟਰੀ ਕਰਦਾ ਆ, ਕਿਉਂਕਿ ਉਹਨੂੰ ਮਸ਼ੀਨ ਦੀ ਨੌਲੇਜ ਨਹੀਂ ਹੈਗੀ ਤੇ ਇਸ ਕਰਕੇ ਉਹ ਉੱਥੇ ਐਕਸੀਡੈਂਟ ਹੋ ਸਕਦਾ। ਇਦਾਂ ਦੇ ਕੇਸਿਸ ਦੇ ਵਿੱਚ ਮਸ਼ੀਨਰੀ ਦੀ ਪ੍ਰੋਪਰ ਫੈਂਸਿੰਗ ਹੋਣੀ ਚਾਹੀਦੀ ਹੈ। ਮੀਨਸ ਉਹ ਮਸ਼ੀਨ ਜਿਹੜੀ ਹੈਗੀ ਸਾਰੀ ਸਾਈਡ ਤੇ ਉਹਦੇ ਰੇਲਿੰਗ ਲੱਗੀ ਹੋਣੀ ਚਾਹੀਦੀ ਆ, ਉਹ ਤਾਂ ਜੋ ਉਹਦੇ ਵਿੱਚ ਵਰਕਰ ਜਿਹੜਾ ਆ ਉਹ ਐਂਟਰ ਨਾ ਕਰ ਸਕੇ, ਰਾਈਟ। ਇਸ ਕਰਕੇ ਫੈਂਸਿੰਗ ਆਫ ਮਸ਼ੀਨਰੀ ਇਜ਼ ਵੈਰੀ ਇੰਪੋਰਟੈਂਟ। ਨੈਕਸਟ ਇਜ਼ ਮੇਨਟੇਨ ਪ੍ਰੋਪਰ ਸਟ੍ਰਾਈਕਿੰਗ ਗੀਅਰਸ। ਹੁਣ ਸਟ੍ਰਾਈਕਿੰਗ ਗੀਅਰਸ ਕੀ ਹੈਗੇ? ਡਿਵਾਈਸਿਸ ਫਾਰ ਕਟਿੰਗ ਆਫ ਪਾਵਰਸ ਕੀ ਚੀਜ਼ ਹੈਗਾ? ਬੜਾ ਇੰਪੋਰਟੈਂਟ ਪੁਆਇੰਟ ਹੈਗਾ ਆ। ਜਿਹੜੇ ਲਿਫਟਿੰਗ ਇਕਵਿਪਮੈਂਟ ਇੰਡਸਟਰੀ ਦੇ ਵਿੱਚ ਯੂਜ਼ ਕਰਦੇ ਪਏ ਆ, ਕਿਸੇ ਸਮਾਨ ਨੂੰ, ਕਿਸੇ ਰॉ ਮਟੀਰੀਅਲ ਨੂੰ, ਫਿਨਿਸ਼ਡ ਗੁੱਡਸ ਨੂੰ ਇੱਕ ਜਗ੍ਹਾ ਤੋਂ ਚੱਕ ਕੇ ਦੂਸਰੀ ਜਗ੍ਹਾ ਤੱਕ ਲੈ ਕੇ ਜਾਣ ਦੇ ਲਈ ਉਹਦੇ ਜਿਹੜੇ ਡਿਵਾਈਸਿਸ ਹੈਗੇ ਆ, ਸੇ ਕਿ ਆਪਾਂ ਲਿਫਟ ਕੀਤਾ ਹੋਇਆ ਕੋਈ ਸਮਾਨ, ਬਾਈ ਚਾਂਸ ਪਾਵਰ ਚਲੇ ਗਈ, ਇਲੈਕਟ੍ਰਿਸਿਟੀ ਫੇਲ ਹੋ ਗਈ, ਕੀ ਹੋਏਗਾ? ਇਹ ਨਾ ਹੋਵੇ ਵੀ ਉਹ ਸਮਾਨ ਜਿਹੜਾ ਆ ਉਹ ਨੀਚੇ ਗਿਰ ਜਾਵੇ ਔਰ ਨੀਚੇ ਵਰਕਰ ਕੋਈ ਕੰਮ ਕਰਦਾ ਪਿਆ ਉਹਦੇ ਉੱਪਰ ਗਿਰ ਜਾਵੇ, ਐਕਸੀਡੈਂਟ ਹੋ ਜਾਵੇ, ਉਹਦੇ ਸੱਟ ਪੇਟ ਲੱਗ ਜਾਵੇ, ਜਾਂ ਪੋਸੀਬਿਲਿਟੀ ਹੈਗੀ ਆ ਕਿ ਉਹਦੀ ਡੈਥ ਵੀ ਹੋ ਜਾਵੇ। ਸੋ ਜਿਹੜੇ ਸਟ੍ਰਾਈਕਿੰਗ ਗੀਅਰਸ ਹੈਗੇ ਆ ਉਹ ਪ੍ਰੋਪਰ ਮਕੈਨੀਕਲ ਅਪਲਾਈਐਂਸਿਸ ਆਪਾਂ ਯੂਜ਼ ਕਰਨੇ ਨੇ, ਇੰਡਸਟਰੀਲਿਸਟ ਨੇ ਉਹਦੇ ਵਿੱਚ ਬ੍ਰੇਕਿੰਗ ਸਿਸਟਮ ਯੂਜ਼ ਕਰਨਾ ਹੈ। ਇੱਕ ਜਿੰਨੀਆਂ ਵੀ ਇਲੈਕਟ੍ਰਿਕ ਮੋਟਰਸ ਨੇ ਉਹਨਾਂ ਦੇ ਵਿੱਚ ਜਿਹੜੇ ਇਲੈਕਟ੍ਰੀਕਲ ਦੇ ਸਟੂਡੈਂਟਸ ਮੇਰੇ ਬੈਠੇ ਹੋਏ ਉਹਨਾਂ ਨੂੰ ਪਤਾ ਹੈ ਕਿ ਜਿਹੜੇ ਲਿਫਟਿੰਗ ਇਕਵਿਪਮੈਂਟਸ ਦੇ ਵਿੱਚ ਇੱਕ ਆਟੋਮੈਟਿਕ ਬ੍ਰੇਕਸ ਹੁੰਦੀਆਂ ਨੇ, ਜਿਹੜੇ ਪਾਵਰ ਚਲੇ ਜਾਂਦੀ ਉਦੋਂ ਉਹ ਕੰਮ ਕਰਦੀਆਂ ਨੇ, ਰਾਈਟ। ਸੇਮ ਮੈਂ ਕੋਈ ਇਕਵਿਪਮੈਂਟ ਉੱਪਰ ਰੇਜ਼ ਕੀਤਾ ਹੋਇਆ, ਚੱਕਿਆ ਹੋਇਆ ਔਰ ਉੱਪਰ ਜਾ ਕੇ ਮੇਰੀ ਜਿਹੜੀ ਪਾਵਰ ਹੈਗੀ ਆ ਉਹ ਫੇਲ ਹੋ ਗਈ, ਰਾਈਟ।
ਹੁਣ ਪਾਵਰ ਫੇਲ ਹੋ ਗਈ ਤੇ ਇੱਕਦਮ ਜਿਹੜੀ ਮੇਰਾ ਲੋਡ ਹੈਗਾ ਉੱਥੇ ਹੀ ਲੌਕ ਹੋ ਜਾਣਾ ਚਾਹੀਦਾ। ਇਦਾਂ ਦੇ ਅਪਲਾਈਐਂਸਿਸ ਜਿਹੜੇ ਆ ਕਟਿੰਗ ਆਫ ਪਾਵਰਸ ਵਾਲੇ ਇੰਡਸਟਰੀ ਦੇ ਵਿੱਚ ਯੂਜ਼ ਕੀਤੇ ਜਾਣੇ ਚਾਹੀਦੇ ਆ। ਇਸ ਤੋਂ ਇਲਾਵਾ ਹੋਇਸਟ ਐਂਡ ਲਿਫਟਸ, ਜੇ ਤੁਸੀਂ ਸਾਈਡ ਤੇ ਦੇਖੋ ਆ ਮੈਂ ਇੱਕ ਹੋਇਸਟ ਬਣਾਈ ਹੋਈ ਆ। ਹੋਇਸਟ ਵੀ ਇੱਕ ਤਰ੍ਹਾਂ ਦਾ ਇੱਕ ਲਿਫਟਿੰਗ ਇਕਵਿਪਮੈਂਟ ਆ। ਮਕੈਨਿਕਲਸ ਦੇ ਸਟੂਡੈਂਟਸ ਨੂੰ ਪਤਾ ਹੋਏਗਾ ਇੰਡਸਟਰੀ ਦੇ ਵਿੱਚ ਜਾਂ ਵਰਕਸ਼ਾਪਸ ਦੇ ਵਿੱਚ ਬਹੁਤ ਜ਼ਿਆਦਾ ਹੋਇਸਟ ਯੂਜ਼ ਹੁੰਦੀਆਂ ਨੇ। ਇਹ ਜਿਹੜੀਆਂ ਹੋਇਸਟ ਹੈਗੀਆਂ ਆ ਇਹ ਪ੍ਰੋਪਰ ਮਕੈਨੀਕਲ ਕੰਸਟਰਕਸ਼ਨ ਦੀਆਂ ਹੋਣੀਆਂ ਚਾਹੀਦੀਆਂ, ਮਟੀਰੀਅਲ ਇਹਦਾ ਬਹੁਤ ਵਧੀਆ ਹੋਣਾ ਚਾਹੀਦਾ ਔਰ ਪ੍ਰੋਪਰ ਸਟਰੈਂਥ ਦੀਆਂ ਯੂਜ਼ ਕੀਤੀਆਂ ਹੋਣੀਆਂ ਚਾਹੀਦੀਆਂ ਔਰ ਪ੍ਰੋਪਰਲੀ ਮੇਨਟੇਨ ਕੀਤੀਆਂ ਹੋਣੀਆਂ ਚਾਹੀਦੀਆਂ। ਹੁਣ ਪ੍ਰੋਪਰ ਸਟਰੈਂਥ ਦਾ ਕੀ ਮਤਲਬ ਹੈਗਾ ਆ, ਰਾਈਟ? ਇੱਕ ਸਕਿੰਟ ਬੱਚੇ। ਪ੍ਰੋਪਰ ਸਟਰੈਂਥ ਦਾ ਕੀ, ਸੇਮ ਮੈਂ 1 ਟਨ ਲੋਡ ਲਿਫਟ ਕਰਨਾ ਆ। ਜਿਹੜੀ ਹੋਇਸਟ ਹੈਗੀ ਆ ਉਹ ਮੈਂ ਲੈ ਲਈ 500 kg ਵਾਲੀ, ਲੋਡ ਮੈਂ ਲਿਫਟ ਕਰਨਾ 1 ਟਨ। ਇਦਾਂ ਨਹੀਂ ਹੋਣਾ ਚਾਹੀਦਾ। ਜਿੰਨੀ ਲਿਫਟਿੰਗ ਲੋਡ ਦੀ ਕਪੈਸਿਟੀ ਹੈਗੀ ਆ ਉਹਦੇ ਨਾਲੋਂ ਲਗਭਗ ਡਬਲ ਕਪੈਸਿਟੀ ਦੀ ਮੇਰੀ ਹੋਇਸਟ ਯੂਜ਼ ਹੋਣੀ ਚਾਹੀਦੀ ਹੈ। ਅੰਡਰ ਕਪੈਸਿਟੀ ਹੋਇਸਟ ਮੈਂ ਵਰਕਰ ਨੂੰ ਪ੍ਰੋਵਾਈਡ ਨਹੀਂ ਕਰ ਸਕਦਾ। ਇਸ ਤੋਂ ਇਲਾਵਾ ਜਿਹੜੇ ਮੇਰੀਆਂ ਹੋਇਸਟ ਹੈਗੀਆਂ ਉਹਦੇ ਵਿੱਚ ਜਿਹੜੀਆਂ ਚੇਨਸ ਪਈਆਂ ਹੋਈਆਂ ਜਾਂ ਜਿਹੜੀਆਂ ਸਲਿੰਗਸ ਪਈਆਂ ਹੋਈਆਂ ਆ ਉਹਨਾਂ ਦੀ ਚੈਕਿੰਗ ਥਰਡ ਪਾਰਟੀ ਦੁਆਰਾ 6 ਮਹੀਨੇ 'ਚ ਇੱਕ ਵਾਰ ਕਰਵਾਈ ਜਾਣੀ ਚਾਹੀਦੀ ਹੈ। ਇਹ ਟੈਨਿਓਰ ਤੁਸੀਂ ਯਾਦ ਕਰਨੀ ਆ। ਜਿੰਨੇ ਵੀ ਲਿਫਟਿੰਗ ਇਕਵਿਪਮੈਂਟਸ ਨੇ, ਹੋਇਸਟ ਨੇ, ਲਿਫਟਸ ਨੇ ਜਿਹਦੇ ਵਿੱਚ ਚੇਨਸ ਲੱਗੀਆਂ ਹੋਈਆਂ ਜਾਂ ਸਲਿੰਗਸ ਲੱਗੀਆਂ ਹੋਈਆਂ ਉਹਨਾਂ ਨੂੰ 6 ਮਹੀਨੇ ਦੇ ਵਿੱਚ ਇੱਕ ਵਾਰ ਆਪਾਂ ਇੰਸਪੈਕਸ਼ਨ ਕਰਵਾਉਣੀ ਆ ਆਊਟ ਪਾਰਟੀ ਕੋਲੋਂ ਔਰ ਉਹਦਾ ਇੰਸਪੈਕਸ਼ਨ ਦਾ ਪ੍ਰੋਪਰ ਸਰਟੀਫਿਕੇਟ ਲਵਾਂਗੇ। ਉਹਦੇ ਲਈ ਜਿੰਨੀਆਂ ਵੀ ਹੋਇਸਟਸ ਮੇਰੀ ਇੰਡਸਟਰੀ ਦੇ ਵਿੱਚ ਲੱਗੀਆਂ ਹੋਈਆਂ ਨੇ ਉਹਨਾਂ ਲਈ ਇੱਕ ਰਜਿਸਟਰ ਮੇਨਟੇਨ ਕਰਨਾ ਔਰ ਰਜਿਸਟਰ ਦੇ ਵਿੱਚ ਮੈਂ ਪ੍ਰੋਪਰ ਐਂਟਰੀ ਜਿਹੜੀ ਆ ਉਹਦੀ ਕਰਾਂਗਾ ਕਿ ਕਿਹੜੀ ਹੋਇਸਟ ਕਦੋਂ ਚੈੱਕ ਹੋਈ ਸੀ, ਕਿਹੜੀ ਚੈੱਕ ਕੀਤੀ ਹੋਈ ਸੀ ਔਰ ਉਹਦਾ ਸਰਟੀਫਿਕੇਟ ਮੈਂ ਕਿੱਥੇ ਸਟੈਕ ਕਰਕੇ ਰੱਖਿਆ ਹੋਇਆ। ਸੋ ਇਹ ਸਾਰੀਆਂ ਚੀਜ਼ਾਂ ਦਾ ਮੈਂ ਖਿਆਲ ਰੱਖਣਾ ਆ। ਆਹ ਵਾਲਾ ਟੈਨਿਓਰ ਤੁਸੀਂ ਯਾਦ ਕਰਨੀ ਆ। ਕਿਸੇ ਵੀ ਚੇਨ ਦੀ ਜਾਂ ਸਲਿੰਗ ਦੀ ਜਿਹੜੀ ਚੈਕਿੰਗ ਹੈਗੀ ਆ ਉਹ ਚਾਹੀਦੀ ਆ ਔਰ ਉਹਦਾ ਪ੍ਰੋਪਰ ਰਿਕਾਰਡ ਮੇਨਟੇਨ ਹੋਣਾ ਚਾਹੀਦਾ। ਸੇਫਟੀ ਦੇ ਵਿੱਚ ਜੇ ਅੱਗੇ ਅਸੀਂ ਗੱਲ ਕਰੀਏ, ਜਿਹੜੇ ਫਲੋਰਸ ਹੈਗੇ ਆ, ਸਟੇਅਰਸ ਹੈਗੀਆਂ ਆ ਔਰ ਬਾਹਰ ਨਿਕਲਣ ਦੇ ਰਸਤੇ ਹੈਗੇ ਆ ਉਹ ਪ੍ਰੋਪਰਲੀ ਮੇਨਟੇਨ ਹੋਣੇ ਚਾਹੀਦੇ ਆ। ਇਸ ਤੋਂ ਇਲਾਵਾ ਜਿੱਥੇ ਪੈਸੇजेस ਹੈਗੇ ਨੇ, ਬਾਹਰ ਨਿਕਲਣ ਦੇ ਪੈਸੇजेस ਹੈਗੇ ਆ ਜਿਹੜੇ ਲੱਗਦਾ ਕਿ ਤੰਗ ਹੈਗੇ ਆ ਕਿ ਜ਼ਿਆਦਾ ਵਰਕਰ ਇੱਕਦਮ ਉਹਦੇ 'ਚ ਇਕੱਠੇ ਹੋ ਕੇ ਨਹੀਂ ਨਿਕਲ ਸਕਦੇ, ਉਹਦੇ ਵਿੱਚ ਕਿਸੇ ਤਰ੍ਹਾਂ ਦੀਆਂ ਆਬਸਟ੍ਰੈਕਸ਼ਨਸ ਨਹੀਂ ਹੋਣੀਆਂ ਚਾਹੀਦੀਆਂ। ਆਬਸਟ੍ਰੈਕਸ਼ਨਸ ਕੀ, ਕਿਸੇ ਤਰ੍ਹਾਂ ਦੇ ਰੁਕਾਵਟਾਂ ਨਹੀਂ ਹੋਣੀਆਂ ਚਾਹੀਦੀਆਂ ਤਾਂ ਜੋ ਵਰਕਰ ਜਿਹੜਾ ਹੈਗਾ ਆ ਉਹ ਠੇਡਾ ਖਾ ਕੇ ਗਿਰੇ ਨਾ, ਉਹਦੇ ਸੱਟ ਪੇਟ ਨਾ ਲੱਗੇ। ਇਸ ਤੋਂ ਇਲਾਵਾ ਜਿਹੜੇ ਗੈਂਗਵੇਜ਼ ਹੈਗੇ ਆ ਜਾਂ ਪੈਸੇजेस ਜਾਂ ਸਟੇਅਰਸ ਹੈਗੇ ਜਾਂ ਜਿਹੜੇ ਸਟੈਪਸ ਇੰਡਸਟਰੀ ਦੇ ਵਿੱਚ ਲੱਗੇ ਹੋਏ ਨੇ ਉੱਤੇ ਹੈਂਡ ਰੇਲਸ ਲੱਗੀਆਂ ਹੋਣੀਆਂ ਚਾਹੀਦੀਆਂ ਤਾਂ ਜੋ ਵਰਕਰ ਜਿਹੜਾ ਉਹਦਾ ਸਹਾਰਾ ਲੈ ਕੇ ਉੱਪਰ ਚੜ ਸਕੇ। ਕਈ ਵਾਰੀ ਕੀ ਹੁੰਦਾ, ਸਟੇਅਰਸ ਦੇ ਇਦਾਂ ਦੇ ਡੇਂਜਰਸ ਇਨਵਾਇਰਨਮੈਂਟ ਹੁੰਦੇ ਕਿ ਪੌੜੀਆਂ ਲੱਗੀਆਂ ਹੋਈਆਂ ਉੱਤੇ ਸਟੇਅਰਸ ਆਇਰਨ ਦੀਆਂ ਲੱਗੀਆਂ ਹੋਈਆਂ ਪਰ ਸਾਈਡ ਤੇ ਹੈਂਡ ਰੇਲਸ ਨਹੀਂ ਲੱਗੇ ਹੁੰਦੇ ਜਿਹਦੇ ਨਾਲ ਵਰਕਰ ਜਿਹੜਾ ਹੈ ਉਹ ਸਕਿਪ ਕਰ ਸਕਦਾ, ਸਲਿਪ ਹੋ ਕੇ ਗਿਰ ਜਾਏਗਾ। ਇਸ ਕਰਕੇ ਜਿਹੜੇ ਗੈਂਗਵੇਜ਼, ਪੈਸੇजेस, ਸਟੇਅਰਸ ਹੈਗੀਆਂ, ਸਟੈਪਸ ਹੈਗੀਆਂ ਉਹਨਾਂ ਦੇ ਪ੍ਰੋਪਰ ਹੈਂਡ ਰੇਲਸ ਲੱਗੇ ਹੋਣੇ ਚਾਹੀਦੇ ਨੇ। ਇਸ ਤੋਂ ਇਲਾਵਾ ਆ ਗਿਆ ਪ੍ਰੈਸ਼ਰ ਵੈਸਲਸ। ਪ੍ਰੈਸ਼ਰ ਵੈਸਲਸ ਇੱਕ ਬਹੁਤ ਇੰਪੋਰਟੈਂਟ ਚੀਜ਼ ਹੈਗੀ ਆ। ਕਿਹੜੇ ਵੈਸਲਸ? ਪ੍ਰੈਸ਼ਰ ਵੈਸਲ ਪਹਿਲਾਂ ਤਾਂ ਆਪਾਂ ਅੰਡਰਸਟੈਂਡ ਕਰੀਏ ਪ੍ਰੈਸ਼ਰ ਵੈਸਲਸ ਕਹਿੰਦੇ ਕਿਹਨੂੰ ਆ। ਕੋਈ ਵੀ ਕਿਸੇ ਤਰ੍ਹਾਂ ਦਾ ਵੈਸਲ ਜਿਹਦੇ ਵਿੱਚ ਐਟਮੋਸਫੀਅਰਿਕ ਪ੍ਰੈਸ਼ਰ ਦੇ ਨਾਲੋਂ ਜ਼ਿਆਦਾ ਪ੍ਰੈਸ਼ਰ ਯੂਜ਼ ਕੀਤਾ ਜਾਵੇ ਉਹਨੂੰ ਅਸੀਂ ਵੈਸਲ ਪ੍ਰੈਸ਼ਰ ਵੈਸਲਸ ਕਹਿੰਦੇ ਆ। ਜਿਵੇਂ ਘਰ ਦੇ ਵਿੱਚ ਅਸੀਂ ਪ੍ਰੈਸ਼ਰ ਕੁੱਕਰਸ ਯੂਜ਼ ਕਰਦੇ ਆ, ਰਾਈਟ, ਉਹ ਵੀ ਪ੍ਰੈਸ਼ਰ ਵੈਸਲਸ ਹੈਗੇ ਨੇ। LPG ਸਿਲੰਡਰਸ ਹੈਗੇ ਨੇ, ਉਹ ਵੀ ਪ੍ਰੈਸ਼ਰ ਵੈਸਲਸ ਨੇ, ਰਾਈਟ। ਇਹ ਪ੍ਰੈਸ਼ਰ ਵੈਸਲਸ ਜਿਹੜੇ ਹੈਗੇ ਆ ਇਹ ਇੰਡਸਟਰੀ ਦੇ ਵਿੱਚ ਵੀ ਅਲੱਗ-ਅਲੱਗ ਪਰਪਸਿਸ ਦੇ ਲਈ ਆਪਾਂ ਯੂਜ਼ ਕਰਦੇ ਆ। ਇਹਨਾਂ ਦੇ ਲਈ ਕੀ ਕਰਨਾ ਪਏਗਾ ਸਾਨੂੰ? ਪ੍ਰੈਸ਼ਰ ਵੈਸਲਸ ਸਭ ਤੋਂ ਰਿਸਕੀ ਕੰਮ ਹੈ ਇੰਡਸਟਰੀ ਦੇ ਵਿੱਚ। ਮੈਨੂਫੈਕਚਰਰ ਜਿਹੜਾ ਹੈਗਾ ਇਹਦਾ ਪ੍ਰੋਪਰ ਸਰਟੀਫਿਕੇਟ ਮੇਨਟੇਨ ਕਰੇਗਾ। ਜਿੰਨੇ ਵੀ ਸਰਟੀਫਿਕੇਟ ਉਹਨਾਂ ਨੂੰ ਟਾਈ ਅਪ ਕਰੇਗਾ ਉਹਨਾਂ ਨੂੰ ਮੈਨੂਫੈਕਚਰਰ ਕੋਲੋਂ ਸਰਟੀਫਿਕੇਟ ਲਏਗਾ। ਇਸ ਤੋਂ ਇਲਾਵਾ ਪ੍ਰੈਸ਼ਰ ਵੈਸਲਸ ਦੇ ਉੱਤੇ ਉਹਦੀਆਂ ਕਨਫੀਗਰੇਸ਼ਨਸ ਡਿਸਪਲੇ ਕਰੇਗਾ। ਹੁਣ ਕਨਫੀਗਰੇਸ਼ਨਸ ਦੇ ਵਿੱਚ ਕੀ ਕੀ ਹੈਗਾ? ਉਹ ਜਿਹੜਾ ਪ੍ਰੈਸ਼ਰ ਵੈਸਲ ਹੈਗਾ ਆ
ਉਹਦੇ ਵਿੱਚ ਕਿੰਨਾ ਪ੍ਰੈਸ਼ਰ ਆ, ਕਿਹੜਾ ਮਟੀਰੀਅਲ ਹੈਗਾ, ਕਦੋਂ ਲਾਸਟ ਇਨਸਪੈਕਸ਼ਨ ਹੋਈ ਸੀ, ਕਦੋਂ ਅਗਲੀ ਇਨਸਪੈਕਸ਼ਨ ਡਿਊ ਆ। ਇਹ ਸਾਰੀਆਂ ਚੀਜ਼ਾਂ ਪ੍ਰੈਸ਼ਰ ਵੈਸਲ ਦੇ ਉੱਤੇ ਡਿਸਪਲੇ ਕੀਤੀਆਂ ਜਾਣੀਆਂ ਚਾਹੀਦੀਆਂ ਨੇ। ਇਸ ਤੋਂ ਇਲਾਵਾ ਵੇਰੀਅਸ ਟੈਨਿਓਰਸ ਨੇ, ਇਹ ਤੁਸੀਂ ਲਰਨ ਕਰਨੀਆਂ ਨੇ ਸਾਰਿਆਂ ਦੇ। ਜਿਹੜੀ ਪ੍ਰੈਸ਼ਰ ਵੈਸਲ ਦੀ ਐਕਸਟਰਨਲ ਐਗਜ਼ਾਮੀਨੇਸ਼ਨ ਆ ਉਹ 6 ਮਹੀਨਿਆਂ ਦੇ ਵਿੱਚ ਇੱਕ ਵਾਰੀ ਕੀਤੀ ਜਾਣੀ ਚਾਹੀਦੀ ਹੈ। ਹੁਣ ਐਕਸਟਰਨਲ ਐਗਜ਼ਾਮੀਨੇਸ਼ਨ ਦੇ ਵਿੱਚ ਕੀ ਆਏਗਾ, ਉਹਦੀ ਬਾਰੀ ਪੇਂਟ ਠੀਕ ਹੈਗਾ, ਕਿਤੇ ਉਹਦੇ 'ਚ ਰਸਟ ਤਾਂ ਨਹੀਂ ਲੱਗ ਰਹੀ, ਕਿਤੇ ਕੋਈ ਕਰੈਕ ਤਾਂ ਨਹੀਂ ਡਿਵੈਲਪ ਹੋ ਰਿਹਾ। ਇਹ 6 ਮਹੀਨਿਆਂ ਦੇ ਵਿੱਚ ਆਪਾਂ ਉਹਨੂੰ ਬਾਹਰੋਂ ਚੈੱਕ ਕਰਨਾ। ਇਸ ਤੋਂ ਇਲਾਵਾ ਉਹਦੀ ਇੰਟਰਨਲ ਇਨਸਪੈਕਸ਼ਨ ਆਪਾਂ 24 ਮਹੀਨਿਆਂ ਦੇ ਵਿੱਚ, ਮੀਨਸ 2 ਸਾਲ ਦੇ ਵਿੱਚ ਇੱਕ ਵਾਰ ਉਹਨੂੰ ਇੰਟਰਨਲੀ ਐਗਜ਼ਾਮਿਨ ਕਰਾਂਗੇ। ਇਹ ਥਰਡ ਪਾਰਟੀ ਐਗਜ਼ਾਮੀਨੇਸ਼ਨ ਆ, ਸਾਰੀ ਇਨਸਪੈਕਸ਼ਨ ਥਰਡ ਪਾਰਟੀ ਕਰੇਗੀ। ਸਾਰਾ ਵੈਸਲਸ ਖਾਲੀ ਕਰਕੇ, ਖਾਲੀ ਕਰਨ ਤੋਂ ਬਾਅਦ ਉਹਦੇ ਅੰਦਰੋਂ ਚੈੱਕ ਕਰਨਾ ਅਸੀਂ ਕਿ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਰੈਪਚਰ ਤਾਂ ਨਹੀਂ ਹੋ ਰਿਹਾ, ਕੋਈ ਹੋਲ ਤਾਂ ਨਹੀਂ ਹੋ ਰਿਹਾ, ਕੋਈ ਕਿਸੇ ਤਰੀਕੇ ਦੇ ਨਾਲ ਡੈਮੇਜ ਤਾਂ ਨਹੀਂ ਹੋ ਰਿਹਾ। ਕਿਉਂਕਿ ਬਾਹਰੀ ਜਿਹੜੀ ਹੈਗੀ ਆ ਸਾਨੂੰ ਤਰੁਟੀ ਹੈਗੀ ਆ, ਜਿਹੜਾ ਫਾਲਟ ਹੈ ਉਹ ਤਾਂ ਦਿਖ ਜਾਂਦਾ, ਇੰਟਰਨਲ ਜਿਹੜਾ ਫਾਲਟ ਹੈਗਾ ਸਾਨੂੰ ਨਹੀਂ ਦਿਖਦਾ। ਇਹ ਨਾ ਹੋਵੇ ਵੀ ਆਪਾਂ ਉਹਨੂੰ ਅੰਦਰੋਂ ਚੈੱਕ ਹੀ ਨਹੀਂ ਕੀਤਾ ਔਰ ਜਿਹੜਾ ਪ੍ਰੈਸ਼ਰ ਵੈਸਲ ਹੈਗਾ ਕਿਸੇ ਲਈ ਬਲਾਸਟ ਕਰ ਗਿਆ ਤੇ ਬਹੁਤ ਵੱਡਾ ਐਕਸੀਡੈਂਟ ਹੋ ਸਕਦਾ। 24 ਮਹੀਨਿਆਂ ਦੇ ਵਿੱਚ ਇੱਕ ਵਾਰੀ ਇੰਟਰਨਲ ਇਨਸਪੈਕਸ਼ਨ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਲਿਖਿਆ ਹਾਈਡ੍ਰੋਲਿਕ ਟੈਸਟ, 4 ਸਾਲ ਦੇ ਵਿੱਚ ਇੱਕ ਵਾਰ ਉਹਦਾ ਹਾਈਡ੍ਰੋਲਿਕ ਟੈਸਟ ਹੋਣਾ ਚਾਹੀਦਾ। ਹਾਈਡ੍ਰੋਲਿਕ ਟੈਸਟ ਕੀ ਹੁੰਦਾ, ਕਿਸੇ ਫਲੂਇਡ ਦੇ ਨਾਲ ਪ੍ਰੈਸ਼ਰਾਈਜ਼ ਕਰਕੇ ਉਸ ਵੈਸਲ ਨੂੰ ਚੈੱਕ ਕੀਤਾ ਜਾਂਦਾ ਕਿ ਉਹ ਰੈਪਚਰ ਤਾਂ ਨਹੀਂ ਕਰ ਰਿਹਾ। ਜਿੰਨਾ ਪ੍ਰੈਸ਼ਰ ਵੈਸਲ ਦਾ ਵਰਕਿੰਗ ਪ੍ਰੈਸ਼ਰ ਆ ਉਹਦੇ ਨਾਲੋਂ ਆਲਮੋਸਟ ਡਬਲ ਪ੍ਰੈਸ਼ਰ ਉਹਦੇ 'ਚ ਦੇ ਦਿੱਤਾ ਜਾਂਦਾ ਫਲੂਇਡ ਦਾ, ਔਰ ਉਹਨੂੰ 2 ਜਾਂ 3 ਦਿਨ ਲਈ ਜਾਂ 24 ਘੰਟੇ ਲਈ ਜਿੱਦਾਂ ਵੀ ਪ੍ਰੈਸਕ੍ਰਾਈਬਡ ਹੈਗਾ ਉਨੀ ਦੇਰ ਲਈ ਉਸ ਵੈਸਲ ਨੂੰ ਛੱਡ ਦਿੱਤਾ ਜਾਂਦਾ ਪ੍ਰੈਸ਼ਰ ਸਸਟੇਨ ਕਰਾ ਕੇ। ਫਿਰ ਦੇਖਿਆ ਜਾਂਦਾ ਕਿ ਪ੍ਰੈਸ਼ਰ ਜਿਹੜਾ ਡ੍ਰੌਪ ਤਾਂ ਨਹੀਂ ਹੋ ਰਿਹਾ। ਜੇ ਪ੍ਰੈਸ਼ਰ ਡ੍ਰੌਪ ਨਹੀਂ ਹੋ ਰਿਹਾ ਕਿ ਇਹਦਾ ਮਤਲਬ ਪ੍ਰੈਸ਼ਰ ਵੈਸਲ ਬਿਲਕੁਲ ਠੀਕ ਆ। ਸੋ 3 ਨੋਰਮਸ ਨੇ ਇਹਦੇ ਵਿੱਚ। 6 ਮਹੀਨੇ ਦੇ ਵਿੱਚ ਇੱਕ ਵਾਰੀ ਐਕਸਟਰਨਲ ਐਗਜ਼ਾਮੀਨੇਸ਼ਨ, ਇੰਟਰਨਲ ਐਗਜ਼ਾਮੀਨੇਸ਼ਨ 2 ਸਾਲ ਦੇ ਵਿੱਚ ਇੱਕ ਵਾਰ, ਹਾਈਡ੍ਰੋਲਿਕ ਟੈਸਟ ਜਿਹੜਾ ਆ ਉਹ 4 ਸਾਲ ਦੇ ਵਿੱਚ ਇੱਕ ਵਾਰੀ। ਇਹ ਨੋਰਮਸ ਸਾਰਿਆਂ ਨੇ ਲਰਨ ਕਰਨੀਆਂ ਨੇ। ਇਸ ਤਰੀਕੇ ਦੇ ਨਾਲ ਪ੍ਰੈਸ਼ਰ ਵੈਸਲਸ ਨੂੰ ਚੈੱਕ ਕੀਤਾ ਜਾਂਦਾ। ਇਸ ਤੋਂ ਇਲਾਵਾ ਨੈਕਸਟ ਜਿਹੜਾ ਆ ਗਿਆ ਵੈਲਫੇਅਰ। ਮੈਂ 3 ਗੱਲਾਂ ਕੀਤੀਆਂ ਸੀ ਤੁਹਾਡੇ ਨਾਲ, ਇੱਕ ਹੈਲਥ ਦੀ, ਇੱਕ ਸੇਫਟੀ ਦੀ। ਹੈਲਥ ਔਰ ਸੇਫਟੀ ਆਪਾਂ ਡਿਸਕਸ ਕਰ ਲਿਆ, ਵੈਲਫੇਅਰ ਆਪਾਂ ਡਿਸਕਸ ਕਰਨ ਚੱਲ ਰਹੇ ਹਾਂ। ਵੈਲਫੇਅਰ ਦੇ ਵਿੱਚ ਕੀ ਹੈਗਾ, ਸਾਰੀਆਂ ਫੈਕਟਰੀਆਂ ਦੇ ਵਿੱਚ ਵਾਸ਼ਿੰਗ ਫੈਸਿਲਿਟੀ ਪ੍ਰੋਪਰ ਹੋਣੀ ਚਾਹੀਦੀ, ਵਾਸ਼ਰੂਮਸ ਪ੍ਰੋਵਾਈਡ ਕੀਤੇ ਜਾਣੇ ਚਾਹੀਦੇ ਆ ਤਾਂ ਜੋ ਜੇ ਵਰਕਰ ਨੂੰ ਜ਼ਰੂਰਤ ਪੈ ਜਾਵੇ ਆਪਣੇ, ਜੇ ਉਹਨੇ ਕਲੋਥਿੰਗ ਵੀ ਸਾਫ਼ ਕਰਨੀ ਆ ਜਾਂ ਉਹਨੇ ਆਪਣੇ ਆਪ ਦਾ ਫੇਸ ਵਾਸ਼ ਕਰਨਾ ਜਾਂ ਹੈਂਡ ਵਾਸ਼ ਕਰਨੇ ਨੇ, ਪ੍ਰੋਪਰ ਵਾਸ਼ਿੰਗ ਫੈਸਿਲਿਟੀਜ਼ ਚਾਹੀਦੀਆਂ ਨੇ। ਸਿਟਿੰਗ ਫੈਸਿਲਿਟੀਜ਼ ਪ੍ਰੋਪਰ ਚਾਹੀਦੀਆਂ ਨੇ। ਨਾਰਮਲੀ ਦੇਖਣ ਦੇ ਵਿੱਚ ਆਇਆ ਕਿ ਜਿਹੜੇ ਵਰਕਰ ਇੰਡਸਟਰੀ ਦੇ ਵਿੱਚ ਕੰਮ ਕਰਦੇ ਨੇ ਉਹ ਜ਼ਿਆਦਾਤਰ ਖੜੇ ਹੋ ਕੇ ਕੰਮ ਕਰਦੇ ਨੇ। ਹੁਣ ਜੇ ਖੜੇ ਹੋ ਕੇ ਕੰਮ ਕਰਨਗੇ ਤਾਂ ਉਹਨਾਂ ਨੂੰ ਥਕਾਵਟ ਹੋਊਗੀ, ਉਹਨਾਂ ਨੂੰ ਬੈਠਣ ਲਈ ਜੇ ਪ੍ਰੋਪਰ ਜਗ੍ਹਾ ਨਹੀਂ ਮਿਲਦੀ ਤੇ ਉਹ ਟਾਇਰਡ ਰਹਿਣਗੇ, ਜਿਹਦੇ ਨਾਲ ਵਰਕ ਐਫੀਸ਼ੀਐਂਸੀ ਡਾਊਨ ਹੁੰਦੀ ਆ। ਇਸ ਕਰਕੇ ਵਰਕਰ ਜਿਹੜਾ ਆ ਉਹਦੇ ਲਈ ਸਿਟਿੰਗ ਅਰੇਂਜਮੈਂਟ ਪ੍ਰੋਪਰ ਪ੍ਰੋਵਾਈਡ ਕੀਤੇ ਜਾਣੇ ਚਾਹੀਦੇ ਨੇ। ਇਸ ਤੋਂ ਇਲਾਵਾ ਫਸਟ ਏਡ ਅਪਲਾਇੰਸਿਸ, ਇੰਡਸਟਰੀ ਦੇ ਵਿੱਚ ਜੇ ਕੋਈ ਐਕਸੀਡੈਂਟ ਹੋ ਜਾਵੇ ਜਾਂ ਕਿਸੇ ਵਰਕਰ ਨੂੰ ਕੋਈ ਪ੍ਰੋਬਲਮ ਆ ਜਾਵੇ ਤੇ ਫਸਟ ਏਡ ਫੈਸਿਲਿਟੀ ਉੱਥੇ ਹੋਣੀ ਚਾਹੀਦੀ ਆ। ਔਰ ਫਸਟ ਏਡ ਅਪਲਾਇੰਸਿਸ ਇਦਾਂ ਦੀ ਜਗ੍ਹਾ ਤੇ ਡਿਸਪਲੇ ਕੀਤੇ ਜਾਣੇ ਚਾਹੀਦੇ ਆ ਜਿੱਥੇ ਉਹ ਈਜ਼ੀਲੀ ਅਸੈਸੇਬਲ ਹੋਣ, ਇਮੀਡੀਏਟਲੀ ਸਾਨੂੰ ਪਤਾ ਲੱਗ ਜਾਵੇ। ਇੱਕ ਨੋਰਮ ਇੱਥੇ ਹੈਗੀ ਆ 150 ਵਰਕਰ ਦੀ, 150 ਵਰਕਰਸ ਦੇ ਪਿੱਛੇ ਇੱਕ ਫਸਟ ਏਡ ਬਾਕਸ ਜਾਂ ਪੂਰਾ ਕਬੋਰਡ ਫੁੱਲੀ ਇਕਵਿਪਡ ਜਿਹੜਾ ਹੈਗਾ ਉਹ ਪ੍ਰੋਵਾਈਡ ਕੀਤਾ ਜਾਣਾ ਚਾਹੀਦਾ ਇੰਡਸਟਰੀ ਦੇ ਵਿੱਚੋਂ। ਜੇ ਸੇ 300 ਵਰਕਰ ਆ ਤੇ 2 ਕਬੋਰਡ ਉੱਥੇ ਹੋਣਗੇ, ਜੇ 500 ਜਦੇ 150 ਤੋਂ ਵਰਕਰ ਕ੍ਰਾਸ ਕਰ ਗਏ ਤੇ ਇੱਕ ਫੁੱਲੀ ਇਕਵਿਪਡ ਕਬੋਰਡ ਫਸਟ ਏਡ ਦਾ ਪ੍ਰੋਵਾਈਡ ਕੀਤਾ ਜਾਣਾ ਚਾਹੀਦਾ। ਇਹ ਮੈਂਡੇਟਰੀ ਨੋਰਮ ਆ। ਸੋ ਪੇਪਰ ਦੇ ਵਿੱਚ ਆ ਸਕਦਾ ਕਿੰਨੇ ਉਸ ਤੋਂ ਬਾਅਦ ਉਹਨੂੰ ਫਸਟ ਏਡ ਬਾਕਸਿਸ ਚਾਹੀਦੇ ਨੇ। 150 ਤੋਂ ਬਾਅਦ ਉਹਨੂੰ ਇੱਕ ਫਸਟ ਏਡ ਬਾਕਸ ਜਾਂ ਕਬੋਰਡ ਫੁੱਲੀ ਇਕਵਿਪਡ ਚਾਹੀਦਾ ਹੀ ਆ। ਸੋ ਹੁਣ ਅਸੀਂ ਗੱਲ ਕਰਦੇ ਹਾਂ ਸ਼ੈਲਟਰ ਦੀ। ਵਰਕਰ ਦੇ ਲਈ ਬੈਠਣ ਦੇ ਲਈ ਸ਼ੈਲਟਰ, ਰੈਸਟ ਰੂਮ। ਜੇ ਵਰਕਰ 150 ਤੋਂ ਕ੍ਰਾਸ ਕਰ ਜਾਣ ਤੇ ਲੰਚ ਰੂਮ ਮੈਂਡੇਟਰੀ ਹੋ ਜਾਂਦਾ। ਇਹ ਖਾਸ ਕਰਕੇ ਖਿਆਲ ਕਰਨਾ, ਜਦੋਂ ਵਰਕਰ 150 ਤੋਂ ਕ੍ਰਾਸ ਕਰ ਜਾਣ ਉਦੋਂ ਇੱਕ ਲੰਚ ਰੂਮ ਪ੍ਰੋਵਾਈਡ ਕਰਨਾ ਉਹਨਾਂ ਦੇ ਲਈ ਜ਼ਰੂਰੀ ਹੋ ਜਾਂਦਾ।
ਜਦੋਂ ਵਰਕਰ 250 ਤੋਂ 250 ਤੋਂ ਕ੍ਰਾਸ ਕਰ ਜਾਣ, 250 ਜਾਂ 250 ਤੋਂ ਜ਼ਿਆਦਾ, ਤੇ ਉਸ ਇੰਡਸਟਰੀ ਦੇ ਵਿੱਚ ਕੰਟੀਨ ਮੈਂਡੇਟਰੀ ਆ, ਕੰਟੀਨ ਬਣਾਣੀ ਪਏਗੀ। ਜੇ ਕਿਸੇ ਇੰਡਸਟਰੀ ਦੇ ਵਿੱਚ 30 ਜਾਂ 30 ਤੋਂ ਜ਼ਿਆਦਾ ਵੂਮੈਨ ਕੰਮ ਕਰਦੀਆਂ ਪਈਆਂ, ਉੱਥੇ ਕਰੈਚ ਫੈਸਿਲਿਟੀਜ਼ ਪ੍ਰੋਵਾਈਡ ਕਰਨੀ ਜ਼ਰੂਰੀ ਆ, ਤਾਂ ਜੋ ਲੇਡੀਜ਼ ਆਪਣੇ ਛੋਟੇ ਬੱਚਿਆਂ ਨੂੰ ਉਸ ਇੰਡਸਟਰੀ ਦੇ ਵਿੱਚ ਲੈ ਕੇ ਆ ਸਕਣ ਔਰ ਉਹਨਾਂ ਦੀ ਅਲੱਗ ਤੋਂ ਦੇਖਭਾਲ ਕੀਤੀ ਜਾ ਸਕੇ। ਸੋ ਇਹ ਮੈਂਡੇਟਰੀ ਨੋਰਮਸ ਨੇ। ਜੇ ਕਿਸੇ ਇੰਡਸਟਰੀ ਦੇ ਵਿੱਚ 500 ਤੋਂ ਜ਼ਿਆਦਾ ਵਰਕਰ ਵੱਧ ਜਾਣ, 500 ਤੋਂ ਜਦੋਂ ਟੱਪ ਜਾਂਦੇ ਨੇ ਵਰਕਰ, ਤੇ ਉੱਥੇ ਇੱਕ ਵੈਲਫੇਅਰ ਆਫੀਸਰ ਰੱਖਣਾ ਜ਼ਰੂਰੀ ਆ, ਰਾਈਟ। ਹੁਣ ਵੈਲਫੇਅਰ ਆਫੀਸਰ ਨੇ ਕੀ ਕਰਨਾ? ਲੋਕਾਂ ਦੀਆਂ ਪ੍ਰੋਬਲਮਸ ਨੂੰ ਸੁਣਨਾ ਹੁੰਦਾ ਹੈ। ਇੱਕ ਸਕਿੰਟ ਬੇਟਾ। ਓਕੇ, मैं अगली स्लाइड ਨੂੰ जरा एडजस्ट कर रहा प्लीज। सो ये सारिया नॉर्म्स तुसी वैलफेयर ऑफिसर की कहेगा जे किसी ਨੂੰ कोई प्रॉब्लम आंदी पई आ काम करते हुए, ਤੇ ਉਹ ਵੈਲਫੇਅਰ ਆਫੀਸਰ ਨੂੰ ਵਰਕਰਸ ਜਾ ਕੇ ਦੱਸ ਸਕਦੇ ਆ ਕਿ ਸਾਨੂੰ ਇਹ ਪ੍ਰੋਬਲਮ ਆ। ਵੈਲਫੇਅਰ ਆਫੀਸਰ ਦੀ ਰਿਸਪੌਂਸਿਬਿਲਟੀ ਆ ਕਿ ਉਹ ਉਹਨਾਂ ਚੀਜ਼ਾਂ ਨੂੰ ਜਾਂ ਉਹਨਾਂ ਕਮੀਆਂ ਨੂੰ ਦੂਰ ਕਰੇਗਾ। ਸੋ 3 ਕੁ ਨੋਰਮਸ ਆਪਾਂ ਯਾਦ ਕਰਨੀਆਂ ਨੇ। ਸਭ ਤੋਂ ਪਹਿਲਾਂ ਤਾਂ ਲੰਚ ਰੂਮ, ਜਿਹੜੇ 150 ਵਰਕਰ ਹੋ ਗਏ ਤਾਂ ਲੰਚ ਰੂਮ ਜ਼ਰੂਰੀ ਹੈਗਾ ਆ, ਲੰਚ ਰੂਮ ਹੋਣਾ ਚਾਹੀਦਾ। ਇਸ ਤੋਂ ਇਲਾਵਾ ਜੇ 250 ਵਰਕਰ ਹੋ ਗਏ ਤਾਂ ਕੰਟੀਨ ਜ਼ਰੂਰੀ ਹੋਗੀ। ਜੇ 30 ਲੇਡੀਜ਼ ਤੋਂ ਜ਼ਿਆਦਾ, 30 ਵੂਮੈਨ ਉਸ ਇੰਡਸਟਰੀ ਦੇ ਵਿੱਚ ਕੰਮ ਕਰਦੀਆਂ ਪਈਆਂ ਤਾਂ ਕਰੈਚ ਜ਼ਰੂਰੀ ਹੋਗੀ। ਜੇ 500 ਤੋਂ ਉੱਪਰ ਵਰਕਰ ਕ੍ਰਾਸ ਕਰ ਗਿਆ ਤਾਂ ਵੈਲਫੇਅਰ ਆਫੀਸਰ ਉੱਥੇ ਹੋਏਗਾ, ਰੱਖਣਾ ਜ਼ਰੂਰੀ ਹੋ ਜਾਏਗਾ। ਇਸ ਤੋਂ ਇਲਾਵਾ ਵਰਕਿੰਗ ਆਵਰਸ ਦੀ ਗੱਲ ਕਰਦੇ ਆ। ਇੱਕ ਹਫਤੇ ਦੇ ਵਿੱਚ 48 ਆਵਰਸ ਮੈਕਸਿਮਮ ਵਰਕਰ ਕੰਮ ਕਰੇਗਾ। ਇਸ ਤੋਂ ਜ਼ਿਆਦਾ ਅਸੀਂ ਵਰਕਰ ਨੂੰ ਕੰਪੈਲ ਨਹੀਂ ਕਰ ਸਕਦੇ। ਜੇ 5 ਘੰਟੇ ਲਗਾਤਾਰ ਵਰਕਰ ਕੋਈ ਕੰਮ ਕਰਦਾ ਤੇ ਅੱਧੇ ਘੰਟੇ ਦੀ ਉਹਨੂੰ ਰੈਸਟ ਮਿਲਣੀ ਜ਼ਰੂਰੀ ਆ ਵਿੱਚ। ਜੇ 10.5 ਘੰਟੇ ਤੋਂ ਜ਼ਿਆਦਾ ਵਰਕਰ ਕੰਮ ਕਰ ਲੇਗਾ ਤੇ ਉਹਨੂੰ ਉਸ ਤੋਂ ਬਾਅਦ ਡਬਲ ਰੇਟ ਤੇ ਓਵਰ ਟਾਈਮ ਮਿਲਣਾ ਚਾਹੀਦਾ, ਐਕਸਟਰਾ ਵੇਜ ਮਿਲਣਾ ਚਾਹੀਦਾ। ਕਿਸੇ ਵੀ ਲੇਡੀ ਨੂੰ, ਜੇ ਕੋਈ ਵੂਮਨ ਸਟਾਫ ਹੋਇਆ, ਉਹਨੂੰ ਸਵੇਰੇ 6 ਵਜੇ ਤੋਂ ਪਹਿਲੇ ਤੇ ਈਵਨਿੰਗ 7 ਵਜੇ ਤੋਂ ਬਾਅਦ ਕੋਈ ਵੀ ਇੰਡਸਟਰੀਲਿਸਟ, ਕੋਈ ਵੀ ਓਨਰ ਕੰਪੈਲ ਨਹੀਂ ਕਰ ਸਕਦਾ ਰੋਕਣ ਦੇ ਲਈ। ਇਹ ਖਾਸ ਕਰਕੇ ਪੇਪਰ ਦੇ ਵਿੱਚ ਕਾਫੀ ਵਾਰ ਕੁਐਸਚਨ ਆ ਚੁੱਕਾ ਹੈ। ਮਾਰਨਿੰਗ 6 o'clock ਤੋਂ ਪਹਿਲੇ ਔਰ ਈਵਨਿੰਗ 7 o'clock ਤੋਂ ਬਾਅਦ ਅਸੀਂ ਵੂਮਨ ਸਟਾਫ ਨੂੰ ਕੰਪੈਲ ਨਹੀਂ ਕਰ ਸਕਦੇ ਰੁਕਣ ਦੇ ਲਈ। ਬਟ ਕੁਛ ਇੱਕ ਜਿਹੜੀਆਂ ਆਕੂਪੇਸ਼ਨਲ ਇਦਾਂ ਦੀਆਂ ਨੇ, ਜਿਵੇਂ ਨਰਸਿਸ ਹੋ ਗਈਆਂ, ਏਅਰ ਹੋਸਟੇਸਿਸ ਹੋ ਗਈਆਂ, ਕਈ ਵਾਰੀ ਹੋਟਲ ਸਟਾਫ ਹੋ ਗਿਆ, ਉਹਦੇ ਵਿੱਚ ਜਿਹੜੀਆਂ ਇਹ ਕੰਡੀਸ਼ਨਸ ਹੈਗੀਆਂ, ਜਿਵੇਂ ਡਾਕਟਰਸ ਹੈਗੇ, ਉਹ ਅਪਲਾਈ ਨਹੀਂ ਹੁੰਦੀਆਂ। ਪਰ ਇੰਡਸਟਰੀਜ਼ ਦੇ ਵਿੱਚ ਅਸੀਂ ਜਿਹੜੀ ਵੂਮਨ ਵਰਕਰ ਹੈਗੀ ਆ ਉਹਨੂੰ ਮਾਰਨਿੰਗ 6 ਵਜੇ ਔਰ ਈਵਨਿੰਗ 7 ਵਜੇ ਤੋਂ ਬਾਅਦ ਅਸੀਂ ਕੰਪੈਲ ਨਹੀਂ ਕਰ ਸਕਦੇ। ਅਸੀਂ ਉਹਨੂੰ ਨਹੀਂ ਰੋਕ ਸਕਦੇ, ਕਦੀ ਵੀ ਉਹਨੂੰ ਨਹੀਂ ਕਹਿ ਸਕਦੇ ਕਿ ਇਸ ਟਾਈਮ ਤੋਂ ਬਾਹਰ ਤੁਸੀਂ ਆਓ। ਠੀਕ ਹੈ ਜੀ, ਇਹ ਖਾਸ ਕਰਕੇ ਟਾਈਮ ਨੋਟ ਕਰਨਾ ਤੁਸੀਂ ਵੀ ਕਿਹੜੇ ਕਿਹੜੇ ਟਾਈਮ ਦੇ ਵਿੱਚ। ਕਾਫੀ ਵਾਰ ਪੇਪਰ ਦੇ ਵਿੱਚ ਇਹ ਕੁਐਸਚਨ ਆ ਚੁੱਕਾ। ਇਸ ਤੋਂ ਇਲਾਵਾ ਮੈਂ ਪਹਿਲਾਂ ਵੀ ਐਕਸਪਲੇਨ ਕਰ ਚੁੱਕਾ ਤੁਹਾਨੂੰ, 48 ਆਵਰਸ ਤੋਂ ਜ਼ਿਆਦਾ ਜੇ ਕੋਈ ਵਰਕਰ ਕੰਮ ਕਰਦਾ ਉਹਨੂੰ ਡਬਲ ਰੇਟ ਤੇ ਓਵਰ ਟਾਈਮ ਮਿਲੇਗਾ। ਇੱਕ ਦਿਨ ਦੇ ਵਿੱਚ 9 ਘੰਟੇ ਤੋਂ ਔਰ ਇੱਕ ਹਫਤੇ ਦੇ ਵਿੱਚ 48 ਘੰਟੇ ਤੋਂ ਜ਼ਿਆਦਾ ਜੇ ਵਰਕਰ ਨੇ ਕੰਮ ਕਰ ਲਿਆ ਉਹਨੂੰ ਡਬਲ ਰੇਟ ਤੇ ਓਵਰ ਟਾਈਮ ਮਿਲੇਗਾ। ਹਫਤੇ ਦੇ ਵਿੱਚ ਇੱਕ ਉਹਨੂੰ ਲੀਵ ਜ਼ਰੂਰ, ਛੁੱਟੀ ਜ਼ਰੂਰ ਮਿਲੇਗੀ, ਜਿਹਨੂੰ ਅਸੀਂ ਆਫ ਕਹਿੰਦੇ ਆ, ਵੀਕਲੀ ਆਫ ਹਫਤੇ ਦੇ ਵਿੱਚ ਇੱਕ ਜ਼ਰੂਰ ਮਿਲਣਾ ਚਾਹੀਦਾ। ਬਾਈ ਚਾਂਸ ਉਹਨੂੰ ਵੀਕਲੀ ਆਫ ਨਹੀਂ ਮਿਲਿਆ ਤੇ ਉਹਨੂੰ ਉਹਦੇ ਅਗੇਂਸਟ ਕੰਪਨਸੇਟਰੀ ਹੌਲੀਡੇ ਮਿਲੇਗੀ, ਉਹਨੂੰ ਇੱਕ ਛੁੱਟੀ ਮਿਲੇਗੀ ਉਸ ਚੀਜ਼ ਦੇ ਅਗੇਂਸਟ। ਇਹ ਖਾਸ ਕਰਕੇ ਹੋ ਗਿਆ। ਸੋ ਇਹ ਨੋਰਮਸ ਸਾਰੀਆਂ ਪਤਾ ਹੋਣਾ ਚਾਹੀਦੀਆਂ। ਇਸ ਤੋਂ ਇਲਾਵਾ ਜਿਹੜੀਆਂ ਤੁਹਾਡੀਆਂ ਐਨੂਅਲ ਲੀਵਸ ਨੇ, ਜੇ ਕਿਸੇ ਵਰਕਰ ਨੇ ਸਾਲ ਦੇ ਵਿੱਚ 240 ਦਿਨ ਕੰਮ ਕਰ ਲਿਆ ਲਗਾਤਾਰ, ਉਹਨੂੰ ਹਰ ਇੱਕ 20 ਦਿਨਾਂ ਦੇ ਪਿੱਛੇ ਇੱਕ ਦਿਨ ਜਿਹੜਾ ਆ ਉਹ ਅਨਡ ਲੀਵ ਹੋ ਜਾਏਗੀ, ਜਿਹੜੀ ਉਹ ਰਿਫੰਡ ਕਰਵਾ ਸਕਦਾ, ਜਿਹਨੂੰ ਉਹਦੀ ਇਨਕੈਸ਼ਮੈਂਟ ਕਰਾ ਸਕਦਾ। ਸੋ ਜੇ ਕਿਸੇ ਵਰਕਰ ਨੇ ਸਾਲ ਦੇ ਵਿੱਚ 240 ਦਿਨ ਕੰਮ ਕਰ ਲਿਆ, 20 ਦਿਨਾਂ ਦੇ ਵਿੱਚ ਇੱਕ ਦਿਨ ਜਿਹੜਾ ਹੈਗਾ ਆ ਉਹਦੀ ਅਨਡ ਲੀਵ ਬਣ ਜਾਏਗੀ, ਰਾਈਟ। ਔਰ ਮੈਕਸਿਮਮ 30 ਜਿਹੜੀਆਂ ਛੁੱਟੀਆਂ ਨੂੰ ਅਕਮੂਲੇਟ ਕਰ ਸਕਦਾ ਉਹ। ਜਦੋਂ ਇਹ ਜਿਹੜੀ ਇਕੱਠੀ ਹੋਈ ਲੀਵ ਜੇ ਉਹਨੂੰ ਜ਼ਰੂਰਤ ਪੈਂਦੀ ਹੈ ਤੇ ਉਹ ਅਲੱਗ ਛੁੱਟੀਆਂ ਤੋਂ, ਜਿਹੜੀਆਂ ਤੁਹਾਡੀਆਂ ਨਾਰਮਲ ਛੁੱਟੀਆਂ ਬਣਦੀਆਂ ਨੇ, ਉਹਨਾਂ ਤੋਂ ਇਲਾਵਾ ਤੁਸੀਂ ਇਹ ਛੁੱਟੀਆਂ ਅਨਡ ਲੀਵ ਲੈ ਸਕਦੇ ਹੋ। ਇਸ ਤੋਂ ਇਲਾਵਾ ਜੇ ਤੁਹਾਨੂੰ ਨਹੀਂ ਜ਼ਰੂਰਤ ਛੁੱਟੀ ਲੈਣ ਦੀ ਪੈਂਦੀ ਹੈ ਤੇ ਤੁਸੀਂ ਇਹਦੇ ਪੈਸੇ ਵੀ ਲੈ ਸਕਦੇ ਹੋ। ਜਦੋਂ ਤੁਸੀਂ ਇਸ ਛੁੱਟੀਆਂ ਨੂੰ ਰਿਫੰਡ ਕਰਵਾ ਲਿਆ
ਉਹਨੂੰ ਲੀਵ ਇਨਕੈਸ਼ਮੈਂਟ ਕਿਹਾ ਜਾਂਦਾ। ਸੋ ਤੁਸੀਂ ਲੀਵ ਇਨਕੈਸ਼ਮੈਂਟ ਕਰ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਜੇ ਅਸੀਂ ਲਾਅ ਨੂੰ ਇੰਪਲੀਮੈਂਟ ਨਹੀਂ ਕਰਵਾਉਂਦੇ ਪਏ, ਕੋਈ ਓਨਰ ਜਿਹੜਾ ਇੰਪਲੀਮੈਂਟ ਨਹੀਂ ਕਰਵਾਉਂਦਾ ਪਿਆ, ਤੇ ਉਹਦੇ ਤੇ ਉਹਨੂੰ ਅਫੈਂਸ ਮੰਨਿਆ ਜਾਏਗਾ। ਓਨਰ ਨੂੰ 2 ਸਾਲ ਦੀ ਜੇਲ੍ਹ ਜਾਂ 1 ਸਾਲ ਫਾਈਨ ਹੋ ਸਕਦਾ ਉਹਨੂੰ, ਰਾਈਟ। ਇਸ ਤੋਂ ਇਲਾਵਾ ਸੈਕਸ਼ਨ 41B(C)(H) ਦੇ ਅੰਡਰ ਜੇ ਕੋਈ ਵੱਡੀ ਵਾਇਲੇਸ਼ਨ ਉਹਨੇ ਕਰਤੀ ਤਾਂ 7 ਸਾਲ ਦੀ ਜੇਲ੍ਹ ਹੋ ਸਕਦੀ, 2 ਲੱਖ ਰੁਪਈਆ ਉਹਨੂੰ ਜਿਹੜਾ ਆ ਫਾਈਨ ਵੀ ਕੀਤਾ ਜਾ ਸਕਦਾ। ਸੋ ਮੇਰਾ ਲੈਕਚਰ ਜਿਹੜਾ ਫੈਕਟਰੀ ਐਕਟ ਪੂਰਾ ਜਾਂਦਾ। ਇਸ ਤੋਂ ਇਲਾਵਾ ਮਿਸ਼ਨ ਫਤਿਹ ਨੂੰ ਸਕਸੈਸਫੁਲ ਬਣਾਉਣ ਦੇ ਲਈ ਸਾਰੇ ਜਾਣਿਆਂ ਨੇ ਆਪਣੇ ਕੋਸ਼ਿਸ਼ ਕਰਨੀ ਹੈ, ਜ਼ਰੂਰਤ ਪਵੇ ਘਰੋਂ ਬਾਹਰ ਜਾਣਾ, ਹੱਥਾਂ ਨੂੰ ਸੈਨੀਟਾਈਜ਼ ਕਰਦੇ ਰਹੋ, ਬਾਹਰ ਜਾਓ ਤੇ ਮਾਸਕ ਪਾਓ। ਸੋ ਸਟੇ ਹੋਮ, ਸਟੇ ਹੈਲਦੀ, ਸਟੇ ਸੇਫ, ਇਹ ਸਾਰਿਆਂ ਨੂੰ ਮੇਰੀ ਸੁਜੈਸ਼ਨ ਹੈਗੀ ਆ। ਸੋ ਅੱਜ ਦਾ ਲੈਕਚਰ ਜੇ ਮੈਂ ਕਹਾਂ ਮੇਰਾ ਖਤਮ ਹੋ ਜਾਂਦਾ ਹੈ। ਸੋ ਸਟਾਪ ਸ਼ੇਅਰਿੰਗ ਮੈਂ ਕਰਕੇ, ਜੇ ਕਿਸੇ ਦੀ ਕੋਈ ਕੁਐਸਚਨ ਹੈਗਾ ਆ ਤਾਂ ਉਹ ਮੈਨੂੰ ਆਸਕ ਕਰ ਸਕਦੇ ਆ। ਮੈਂ ਪਲੀਜ਼ ਅਨਮਿਊਟ ਕਰ ਰਿਹਾ ਸਾਰਿਆਂ ਨੂੰ। ਸੋ ਜੇ ਕਿਸੇ ਦਾ ਕੁਐਸਚਨ ਹੈਗਾ, ਸਭ ਤੋਂ ਪਹਿਲਾਂ ਤਾਂ ਕਿਰਨ ਬਾਲਾ ਨੇ ਹੈਂਡ ਰੇਜ਼ ਕੀਤਾ ਹੋਇਆ, ਪਲੀਜ਼ ਆਸਕ ਯੂਅਰ ਕੁਐਸਚਨ। ਕਿਰਨ ਬਾਲਾ, किरण बालाजी प्लीज आस्क योर क्वेश्चन। रूहीदीप दा हैंड रेज हैगा, प्लीज रूहीदीप। जी सर, ये जेडे रूल राइट आ ये प्राइवेट जॉब ਲਈ ਵੀ ਅਪਲਾਈ ਕਰ ਸਕਦੇ? ਸੌਰੀ, ਪ੍ਰਾਈਵੇਟ ਜੌਬ ਜਿਹੜੇ ਕਰਦੇ ਨੇ, ਪ੍ਰਾਈਵੇਟ ਜੌਬ ਬਾਰੇ ਹੀ ਬੇਟਾ ਜੀ ਗੱਲ ਹੋ ਰਹੀ ਹੈ। ਜਿਹੜੀ ਇੰਡਸਟਰੀਜ਼ ਦੇ ਵਿੱਚ ਤੁਸੀਂ ਕੰਮ ਕਰਦੇ ਪਏ ਹੋ ਉਹਦੇ ਬਾਰੇ ਹੀ ਆਪਾਂ ਗੱਲ ਕਰ ਰਹੇ ਹਾਂ। ਠੀਕ ਹੈ ਸਰ। ਹਾਂਜੀ, ਸੈਕਿੰਡ ਕੁਐਸਚਨ ਮੇਰਾ ਸੀ, ਤੁਸੀਂ ਕ੍ਰਚ ਦੀ ਗੱਲ ਕੀਤੀ ਸੀ 30 ਵੂਮਨ ਤੋਂ ਅਪ। ਹਾਂਜੀ ਹਾਂਜੀ ਬਿਲਕੁਲ। ਉਹ ਆਪਾਂ ਸਕੂਲ ਦੇ ਵਿੱਚ ਵੀ ਕਰ ਸਕਦੇ ਹਾਂ, ਜਿਹੜੇ ਸਕੂਲ 'ਚ ਲੇਡੀ ਸਟਾਫ ਬਹੁਤ ਹੁੰਦਾ। ਸਕੂਲ ਦੇ ਜਿਹੜੇ ਰੂਲ ਐਂਡ ਰੈਗੂਲੇਸ਼ਨ ਹੈ ਉਹਨਾਂ ਤੇ ਅਲੱਗ ਤਰ੍ਹਾਂ ਦੇ ਫੈਕਟਰੀ ਐਕਟ ਅਪਲਾਈ ਹੁੰਦੇ, ਉਹਨਾਂ ਤੇ ਅਲੱਗ ਲਾਜ਼ ਇੰਪਲਾਈ ਹੁੰਦੇ ਨੇ। ਬੇਟੇ ਇੱਕ ਮੇਰੀ ਰਿਕੁਐਸਟ ਹੈ, ਸਾਰੇ ਪਾਰਟਿਸਿਪੈਂਟਸ ਨੂੰ ਪਲੀਜ਼ ਆਪਣੇ ਆਪ ਨੂੰ ਮਿਊਟ ਕਰ ਲਓ, ਜਿਹਨੂੰ ਨਹੀਂ ਬੋਲਣਾ ਪਲੀਜ਼ ਉਹਨਾਂ ਨੂੰ ਬੋਲਣ ਦਿਓ ਜਿਨ੍ਹਾਂ ਨੂੰ ਜ਼ਰੂਰਤ ਹੈ ਇਸ ਵੇਲੇ। ਉਹ ਸਾਰੇ ਜਾਣੇ ਪਲੀਜ਼ ਸੁਣੋ ਤਾਂ ਜੋ ਜ਼ਿਆਦਾ ਕਲੀਅਰ ਹੋ ਜਾਵੇ। ਸਕੂਲਾਂ ਦੇ ਰੂਲ ਐਂਡ ਰੈਗੂਲੇਸ਼ਨਸ ਜਿਹੜੇ ਆ ਉਹ ਅਲੱਗ ਤਰੀਕੇ ਤੋਂ ਫਲੋਟ ਹੁੰਦੇ ਨੇ। ਸੋ ਅਸੀਂ ਪੜ੍ਹਦੇ ਪਏ ਹਾਂ ਇੰਡਸਟਰੀਅਲ ਐਕਟ। ਇੰਡਸਟਰੀ ਕਿ ਜਦੋਂ 30 ਜਾਂ 30 ਤੋਂ ਜ਼ਿਆਦਾ ਵੂਮਨ ਉੱਥੇ ਆ ਜਾਂਦੇ, ਉਹਨਾਂ ਲਈ ਕ੍ਰੈਚ ਬਣਾਉਣੀ ਮੈਂਡੇਟਰੀ ਹੋ ਜਾਂਦੀ ਹੈ। ਤੁਹਾਡਾ ਰਾਈਟ ਹੈਗਾ ਆ, ਉੱਥੇ ਆਪਣੇ ਛੋਟੇ ਬੱਚਿਆਂ ਨੂੰ ਤੁਸੀਂ ਲੈ ਕੇ ਜਾ ਸਕਦੇ ਹੋ, ਉੱਥੇ ਆਇਆ ਰੱਖਿਆ ਜਾਣਗੀਆਂ ਔਰ ਸਾਰਾ ਖਰਚਾ ਜਿਹੜਾ ਆ ਉਹ ਜਿਹੜੀ ਇੰਡਸਟਰੀ ਬੀਅਰ ਕਰੇਗੀ, ਤੁਸੀਂ ਨਹੀਂ ਬੀਅਰ ਕਰੋਗੇ। ਇਹ ਇੰਡਸਟਰੀ ਦੇ ਲਈ ਹੈ ਜੀ। ਅੱਗੇ ਥੈਂਕ ਯੂ ਸਰ। ਓਕੇ ਬੇਟਾ, ਓਕੇ ਜੀ। ਐਨੀ ਅਦਰ ਕੁਐਸਚਨ ਪਲੀਜ਼। ਸਰ ਜਿਹੜੇ ਤੁਸੀਂ ਅੱਜ ਦੱਸੇ ਹੈਗੇ ਨੇ ਰੂਲਸ ਜੀ, ਤੇ ਇਹ ਬਹੁਤ ਵਧੀਆ, ਬੱਚਿਆਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਸਾਡੇ ਰੂਲਸ ਕੀ ਹੈ, ਰਾਈਟ ਕੀ ਹੈ। ਕਿਉਂਕਿ ਜਿਹੜਾ ਰਾਈਟ ਹੈ, ਹਾਂਜੀ, ਬੱਚੇ ਇਹ ਕਨਫਿਊਜ਼ ਹੋ ਜਿਹੜਾ ਜਾਂਦੇ ਨੇ। EMPLOYABILITY SKILLS ਦੇ ਵਿੱਚ ਚੈਪਟਰ ਹੈਗਾ ਲੇਬਰ ਵੈਲਫੇਅਰ ਲੈਜਿਸਲੇਸ਼ਨ। ਬੇਸਿਕਲੀ ਉਹ ਸਟੂਡੈਂਟਸ ਦੀ ਬਹੁਤ ਜ਼ਿਆਦਾ ਹੈਲਪਫੁਲ ਹੈਗਾ ਆ। ਸਾਰੇ ਬੱਚਿਆਂ ਨੂੰ ਜਿਹੜੇ ਅੱਗੇ ਜਾ ਕੇ ਇਹਨਾਂ ਨੇ ਜਾਂ ਤਾਂ ਆਪਣੀਆਂ ਜੌਬਸ ਕਰਨੀਆਂ ਨੇ ਜਾਂ ਇੰਡਸਟਰੀ ਦੇ ਵਿੱਚ ਆਪਣੀਆਂ ਇੰਡਸਟਰੀਜ਼ ਸਟਾਰਟ ਕਰਨੀਆਂ ਨੇ। ਇਸ ਕਰਕੇ ਇਹਨਾਂ ਲਈ ਬਹੁਤ ਜ਼ਰੂਰੀ ਹੈ ਕਿ ਇੰਡਸਟਰੀਅਲ ਨੌਲੇਜ ਹੋਣਾ, ਕਿਹੜੇ ਰਾਈਟਸ ਇਹਨਾਂ ਦੇ ਹੈਗੇ ਆ, ਜਿਹੜੇ ਐਂਟਰਪ੍ਰੈਨਿਓਰ ਬਣਦੇ ਨੇ ਤੇ ਕਿਹੜੇ ਇਹਨਾਂ ਨੇ ਪ੍ਰੋਵੀਜ਼ਨਸ ਅੱਗੇ ਆਪਣੇ EMPLOYEES ਨੂੰ ਪ੍ਰੋਵਾਈਡ ਕਰਨੀਆਂ ਨੇ। ਇਸ ਕਰਕੇ ਬਹੁਤ ਜ਼ਰੂਰੀ ਨੇ। ਸਰ ਥੈਂਕ ਯੂ, ਤੁਸੀਂ ਜਲਦੀ ਲੈਕਚਰ ਲੈ ਕੇ ਆਏ ਤੇ ਅੱਗੇ ਲੈਕਚਰ ਲੈ ਕੇ ਆਏ ਸਰ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। ਮੇਰੇ ਤਾਂ ਬੈਲੈਂਸ ਨਹੀਂ ਹੈ ਕਲਾਸ ਵਿੱਚ। ਗੁੱਡ ਮਾਰਨਿੰਗ ਸਰ। ਪਲੀਜ਼ ਸਾਰਿਆਂ ਨੂੰ ਮੇਰੀ ਰਿਕੁਐਸਟ ਹੈ ਆਪਣੇ ਆਪ ਨੂੰ ਮਿਊਟ ਕਰ ਲੈਣ ਪਲੀਜ਼। जी बोलो जी। गुड मॉर्निंग। मेरा रिचार्ज होने वाला। हिजारियस बताया था आपने कि 3 बातें जो बताई वो प्लीज हमारा थोड़ा एक्सप्लेन करेंगे। हिजारियस प्रोसेसेस वो होती है ਅਸੀਂ ਇੰਡਸਟਰੀ ਦੇ ਵਿੱਚ ਪ੍ਰੋਸੈਸਿਸ ਯੂਜ਼ ਕਰਦੇ ਹਾਂ ਜਾਂ ਸਬਸਟੈਂਸਿਸ ਯੂਜ਼ ਕਰਦੇ ਹਾਂ ਜਾਂ ਕੈਮੀਕਲਸ ਜਿਹੜੀ ਸਾਡੀ ਵਰਕਰਸ ਦੀ ਸਿਹਤ ਨੂੰ ਖਰਾਬ ਕਰਦੀਆਂ ਨੇ ਜਾਂ ਜਿਹੜੀਆਂ এনवायरमेंट ਨੂੰ ਪੋਲਿਊਟ ਕਰਦੇ ਨੇ।
सर आपका ये एक प्लीज रिक्वेस्ट थी सर, ये डिस्टरबेंस बहुत है, मुझे क्लियर नहीं हो रहा। आपका ये एज सुन एज अर्ली यूट्यूब पे जैसे आपके आते हैं वीडियोस, ऑडियो वीडियो दोनों, ये आ जाएगा? ਜੀ ਇੱਕ ਹਫਤੇ ਦੇ ਵਿੱਚ ਤੁਸੀਂ ਇਹਨੂੰ ਚੈੱਕ ਕਰ ਸਕਦੇ ਹੋ। ਇੱਕ ਹਫਤੇ ਦੇ ਵਿੱਚ ਨਿੰਮੀ YouTube ਤੇ ਮੇਰਾ ਲੈਕਚਰ ਜਿਹੜਾ ਅਪਲੋਡ ਹੋ ਜਾਏਗਾ, ਤੁਸੀਂ ਉੱਥੋਂ ਚੈੱਕ ਕਰ ਸਕਦੇ ਹੋ। सर हम्बल रिक्वेस्ट है आपसे कि आपका कोई भी लेक्चर हो, मुझे नहीं लगता आपका लेक्चर सुन के बुक लेने की जरूरत भी नहीं पड़ती है। थैंक यू सो वेरी मच। तो सर प्लीज अगर आपका कोई भी लेक्चर है बिना बोले ऑडियो वीडियो यूट्यूब पे एज सुन एज अर्ली आ जाए तो आप बहुत थैंकफुल। ਮੈਂ ਟਰਾਈ ਕਰਾਂਗਾ ਕਿ ਜਿੱਦਾਂ ਹੀ ਮੇਰੇ ਲੈਕਚਰਸ ਆਉਂਦੇ ਨੇ ਮੈਂ ਉਹਨਾਂ ਨੂੰ ਵੇਰੀਅਸ ਗਰੁੱਪਸ ਦੇ ਵਿੱਚ ਪਾ ਦੇਵਾਂ, ਔਰ ਜਿਹੜੇ ਤੁਹਾਡੇ ਟੀਚਰਸ ਹੈਗੇ ਨੇ ਉਹ ਤੁਹਾਡੇ ਤੱਕ ਪਹੁੰਚਾ ਦੇਣ। ਮੈਂ ਜ਼ਰੂਰ ਟਰਾਈ ਕਰਾਂਗਾ ਕਿ ਮੈਂ ਇਹ ਜ਼ਰੂਰ कवर करा, जरूर करा। सर वो मैंने लास्ट वीक कुछ सुना था तो मुझे नहीं लगा बुक की जरूरत नहीं पड़ी, तो अगर आपका ऑडियो वीडियो दोनों आ जाता है तो हेल्पफुल होता है। मैं जरूर डेफिनेटली भेज दूंगा, कोई गल नहीं, नो प्रॉब्लम। सो सारे जाने मेरा नंबर सर स्क्रीन शेयर कर दो एक्चुअली, क्योंकि साडी अगली क्लास स्टार्ट होने वाली, ਅਸੀਂ ਦੁਬਾਰਾ ਸ਼ੇਅਰਿੰਗ ਕਰਾਂਗੇ ਤਾਂ ਬਹੁਤ ਹੋ ਜਾਏਗਾ। चलिए जी। नहीं सर जस्ट नंबर 98146 Not right, Kumar. So 945 98146 Sharma. 94563। जी थैंक यू सर, थैंक यू सो मच। Okay जी, thank you very much for attending my lecture. Have a nice day. Muy te Thank you very much. En que ya cada